श्री गुरु रामदास गुण गाऊं। गुरु अर्जन विघ्नन के नाशक विघ्नन के नाशक। हर गोबिंद शुभ मात प्रकाशक। गुरु हर राय नामो कर जोरी नमो कर जोरी। गुरु हर कृष्ण मनाऊं बहोरी। तेग बहादुर परमं कृपाला वाहे गुरु परमं कृपाला। श्री गुरु गोबिंद सिंह बिसाला। तरੋਂ ਤਰਾ ਪੱਗ ਪੁੰਨ ਪੁੰਨ ਸੀਸਾ ਪੱਗ ਪੁੰਨ ਪੁੰਨ ਸੀਸਾ। ਬੰਦੋਂ ਜੀ ਬਾਰ ਬਾਰ ਜਗਦੀਸ਼ਾ। जाम है अमृत ज्ञान है मानक भगत बैराग। धन श्री गुरु ग्रंथ उदद बंदों कर अनुराग। एक ओंकार सतगुरु जेह प्रसाद सच होए। वाहे गुरु जी की फतेह विघ्न विनाशन सोए। वाहे गुरु जी की फतेह विघ्न विनाशन सोए। बहुरु आवा उदद अगारी रस ऊखै को जो अनहारी। द्वै लक्ष जो जन केर परमाना तेह पर कीन प्रभु प्रस्थाना। वाहिगुरु जी का खालसा वाहिगुरु जी की फतेह। गुरु दर ते हाजर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए। इन्हां अजमतां वडियाइयां दे मालक गुरु हरकृष्ण साहब महाराज जी दे पवित्र चरण छो प्राप्त इतिहासक स्थान गुरुद्वारा बंगला साहब जी की यात्रा करते हैं। जुगो जुग अटल छतर
ਚਬਰ ਤਖਤ ਦੇ ਮਾਲਕ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰ ਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਹਰ ਪੀਰ ਜਗਤ ਗੁਰੂ ਕਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਭਾਈ ਮਰਦਾਨਾ ਜੀ ਨੇ ਇੱਛਾ ਪ੍ਰਗਟ ਕੀਤੀ ਸੀ ਕਿ ਮਹਾਰਾਜ ਜਿਵੇਂ 9 ਖੰਡਾਂ ਦਾ ਆਪ ਜੀ ਨੇ ਭਰਮਣ ਕੀਤਾ, ਅਸਾਂ ਸੈਰ ਕੀਤੀ ਹੈ, ਇਸੇ ਤਰ੍ਹਾਂ ਜਿਹੜੇ ਸਪਤ ਦੀਪ ਨੇ, ਜਿਹੜੇ ਇਹ 7 ਜਖੀਰੇ ਹਨ ਸੰਸਾਰ ਦੇ, ਮਹਾਰਾਜ ਉਹਨਾਂ ਦੀ ਵੀ ਯਾਤਰਾ ਕਰਾਓ। ਤੋ ਸਤਿਗੁਰੂ ਪਿਤਾ ਮਹਾਰਾਜ ਭਾਈ ਮਰਦਾਨੇ ਨੂੰ ਨਾਲ ਲੈ ਕੇ ਜਦੋਂ ਚੱਲੇ ਨੇ ਤਾਂ ਪਹਿਲਾ ਦੀਪ ਸੀ ਪਲਕਸ਼। ਇੱਥੇ ਜਿਹੜੀ ਬਨਸਪਤੀ ਹੈ ਉਹਦੇ ਵਿੱਚ ਮੁੱਖ ਤੌਰ ਤੇ ਪਿੱਪਲ, ਪੀਲੂ ਆਦਿਕ ਦੇ ਬ੍ਰਿਸ਼ ਇੱਥੇ ਨਜ਼ਰ ਆਉਂਦੇ ਨੇ। ਵੇਖਿਆ ਕਿ ਲੋਕ ਬੜੇ ਸੁਖੀ ਨੇ, ਭਾਵ ਉਹਨਾਂ ਦੇ ਕੋਲ ਜਿਹੜੇ ਸੁੱਖ ਦੇ ਸਾਧਨ ਹੁੰਦੇ ਨੇ, ਸੁੱਖ ਦੀਆਂ ਜਿਹੜੀਆਂ ਪ੍ਰਤੀਕ ਚੀਜ਼ਾਂ ਹੁੰਦੀਆਂ ਨੇ, ਉਹ ਬਹੁਤਾਤ ਵਿੱਚ ਨੇ, ਕੋਈ ਘਾਟਾ ਤੇ ਹੈ ਨਹੀਂ। ਪਰ ਜਦੋਂ ਉਪਦੇਸ਼ ਦੇਣਾ ਸੀ ਸਤਿਗੁਰੂ ਜੀ ਨੇ, ਤੇ ਸਤਿਗੁਰੂ ਜੀ ਨੇ ਉਹਨਾਂ ਦੇ ਹੀ ਮੂੰਹ ਤੋਂ ਕਢਵਾਇਆ ਕਿ ਇੱਥੇ ਮਹਾਰਾਜ ਸੁੱਖ ਸਾਰੇ ਨੇ, ਦੁੱਖ 3 ਨੇ। ਪਹਿਲਾ ਦੁੱਖ ਹੈ ਕਿ ਲੋਕ ਆਪਣੇ ਤੋਂ ਵੱਡੇ ਤੋਂ ਸੜਦੇ ਨੇ। ਜਿਹੜਾ ਬਰਾਬਰ ਦਾ ਹੋਵੇ ਉਹਦੇ ਨਾਲ ਈਰਖਾ ਕਰਦੇ ਨੇ, ਜਿਹੜਾ ਛੋਟਾ ਹੋਵੇ ਉਹਦੇ ਤੇ ਹੰਕਾਰ ਕਰਦੇ ਨੇ। ਹੁਣ ਜੇ ਆਪਾਂ ਇਹ ਸੋਚੀਏ ਵੀ ਇਹ ਕੀ ਗੱਲ ਹੋਈ ਭਲਾ, ਅਸਲ ਵਿੱਚ ਇਹ ਤਿੰਨੋਂ ਹੀ ਵੱਡੇ ਦੁੱਖ ਨੇ। ਤੁਹਾਡੇ ਘਰ ਵਿੱਚ ਭਾਵੇਂ ਸਭ ਕੁਝ ਹੋਵੇ, ਜਿਨ੍ਹਾਂ ਲਈ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਇਹ ਚੀਜ਼ਾਂ ਸੁੱਖ ਦੀਆਂ ਪ੍ਰਤੀਕ ਨੇ। ਇਹ ਚੀਜ਼ਾਂ ਸੁੱਖ ਦੀਆਂ ਗਰੰਟੀਆਂ ਨਹੀਂ। ਇਹ ਕੋਈ ਗਰੰਟੀ ਨਹੀਂ ਕਿ ਕਿਸੇ ਦੇ 2 3 4 ਪੁੱਤਰ ਨੇ ਤੇ ਉਹ ਸੁਖੀ ਹੋਏਗਾ, ਇਹ ਕੋਈ ਗਰੰਟੀ ਨਹੀਂ ਹੈ।
ਕਿਸੇ ਬੰਦੇ ਕੋਲ ਮਹਿੰਗੀ ਕੋਠੀ ਹੋਏਗੀ, ਮਹਿੰਗੀ ਕਾਰ ਹੋਏਗੀ, ਉਹ ਬੜਾ ਹੀ ਸੁਖੀ ਹੋਏਗਾ, ਇਹਦੀ ਵੀ ਕੋਈ ਗਰੰਟੀ ਨਹੀਂ ਹੈ। ਕਿਸੇ ਦੀ ਪਦਵੀ ਉੱਚੀ ਹੋਏਗੀ, ਕਿਸੇ ਦੇ ਮਗਰ ਦੁਨੀਆ ਬੜੀ ਤੁਰਦੀ ਹੋਏਗੀ, ਉਹ ਸੁਖੀ ਹੋਏਗਾ, ਇਹ ਵੀ ਕੋਈ ਗਰੰਟੀ ਨਹੀਂ ਹੈ। ਅਸੀਂ ਪਦਾਰਥਾਂ ਦੇ ਨਾਲ ਸੁੱਖ ਖਰੀਦਣਾ ਚਾਹੁੰਦੇ ਹਾਂ। ਅਸੀਂ ਪਦਾਰਥਾਂ ਦੇ ਨਾਲ ਸੁੱਖਾਂ ਤੇ ਕੰਟਰੋਲ ਕਰਨਾ ਚਾਹੁੰਦੇ ਹਾਂ। ਜਿਵੇਂ ਮੈਂ ਸੋਚਾਂ ਵੀ ਮੈਨੂੰ ਰੈਂਟਲ ਇਨਕਮ ਹੋ ਜਾਏ, ਮੈਂ ਪੈਸੇ ਫਾਈਨੈਂਸ ਕਰ ਲਾਂ, ਮੈਨੂੰ ਕਿ ਵਿਆਜ ਦੀ ਪਰਮਾਨੈਂਟ ਇਨਕਮ ਹੋ ਜਾਏ। ਮੈਂ ਚਾਹੁੰਦਾ ਸ਼ਾਇਦ ਇੱਦਾਂ ਮੈਨੂੰ ਸੁੱਖ ਦੀ ਗਰੰਟੀ ਮਿਲ ਸਕਦੀ ਹੈ। ਨਹੀਂ, ਮਿਲ ਵੀ ਸਕਦੀ ਹੈ, ਨਹੀਂ ਵੀ ਮਿਲ ਸਕਦੀ। ਸੁੱਖ ਮਿਲ ਸਕਦੇ ਨੇ, ਨਹੀਂ ਵੀ ਮਿਲ ਸਕਦੇ, ਪਰ ਇਹਨਾਂ ਦੀ ਸ਼ੋਰਟੀ ਕੋਈ ਨਹੀਂ ਹੈ। ਕਿਉਂਕਿ ਸਾਰਾ ਕੁਝ ਹੁੰਦਿਆਂ ਵੀ ਬੰਦੇ ਤਿੰਨ ਚੀਜ਼ਾਂ ਵਿੱਚ ਸਾਰੇ ਅਸੀਂ ਗਰਸੇ ਹੋਏ ਹਾਂ। ਮੈਂ ਵੀ ਉਹਦੇ ਵਿੱਚ ਹਾਂ, ਤੁਸੀਂ ਵੀ ਉਹਦੇ ਵਿੱਚ ਹੋ। ਸਾਡੇ ਤੋਂ ਕੋਈ ਵੱਡਾ ਹੈ, ਅਸੀਂ ਉਹਦਾ ਸਾੜਾ ਕਰਦੇ ਹਾਂ। ਜਿਹੜਾ ਸਾਡੇ ਤੋਂ ਛੋਟਾ ਹੈ, ਉਹਦੇ ਤੇ ਅਸੀਂ ਹੰਕਾਰ ਕਰਦੇ ਹਾਂ। ਜਿਹੜੇ ਸਾਡੇ ਬਰਾਬਰ ਦੇ ਨੇ, ਉਹਨਾਂ ਨਾਲ ਅਸੀਂ ਈਰਖਾ ਕਰਦੇ ਹਾਂ। ਜਿਹੜੀ ਆਪ ਜੀ ਨੇ ਸੁਣੀ ਹੈ ਤੇ ਗੁਰੂ ਜਿਹੜੀ ਆਪ ਜੀ ਨੇ ਸੁਣੀ ਹੈ, ਤੇ ਗੁਰੂ ਸਾਹਿਬ ਨੇ ਉਹਦਾ ਇੱਕੋ ਹੀ ਇਲਾਜ ਦੱਸਿਆ ਸੀ ਕਿ ਭਾਈ ਸਾਰਿਆਂ ਵਿੱਚ ਇੱਕ ਰੱਬ ਵੇਖਣਾ ਸ਼ੁਰੂ ਕਰ ਦਿਓ, ਰੱਬ ਮੰਨਣਾ ਸ਼ੁਰੂ ਕਰ ਦਿਓ, ਇਹ ਚੀਜ਼ਾਂ ਖਤਮ ਹੋ ਜਾਣਗੀਆਂ। ਜੇ ਕੋਈ ਤੁਹਾਡੇ ਤੋਂ ਵੱਡਾ ਵੀ ਹੈ ਤੇ ਮੰਨ ਲਓ ਵੀ ਉਹ ਵੀ ਮੇਰਾ ਭਰਾ ਹੈ। ਕੋਈ ਤੁਹਾਡੇ ਤੋਂ ਊਣਾ ਝੂਣਾ ਹੈ, ਗਰੀਬ ਹੈ, ਇਹ ਵੀ ਮੰਨ ਲਓ ਕਿ ਉਹ ਵੀ ਮੇਰਾ ਭਰਾ ਹੈ। ਕੋਈ ਤੁਹਾਡੇ ਬਰਾਬਰ ਦਾ ਹੈ ਤੇ ਉਹ ਤਾਂ ਹੈ ਹੀ ਹੈ ਮੇਰਾ ਭਰਾ। ਜਦੋਂ ਆਪਾਂ ਇਹ ਮੰਨ ਲਵਾਂਗੇ ਕਿ ਏਕ ਪਿਤਾ ਏਕ ਸਕੇ ਹਮ ਬਾਰਕ, ਫਿਰ ਅਸੀਂ ਛੋਟਿਆਂ ਤੇ ਹੰਕਾਰ ਨਹੀਂ ਕਰਾਂਗੇ, ਵੱਡਿਆਂ ਦਾ ਸਾੜਾ ਨਹੀਂ ਕਰਾਂਗੇ, ਬਰਾਬਰ ਦਿਆਂ ਨਾਲ ਈਰਖਾ ਨਹੀਂ ਕਰਾਂਗੇ। ਇੱਥੋਂ ਸਤਿਗੁਰੂ ਅੱਗੇ ਚੱਲੇ ਨੇ। ਹਾਂਜੀ। ਕਿਤਕ ਦਿਵਸ ਤਹਿ ਰਾਖਿਓ ਡੇਰਾ, ਕਿਤਕ ਦਿਵਸ ਤਹਿ ਡੇਰਾ ਰਾਖਿਓ, ਅਗਰਜ ਗਮਨ ਬਹੁਰ ਅਬ ਲਾਖਿਓ। ਪਲਕਸ਼ ਦੀਪ ਵਿੱਚ ਸਤਿਗੁਰੂ ਕੁਝ ਸਮਾਂ ਰੁਕੇ ਨੇ। ਇਥੋਂ ਫਿਰ ਅੱਗੇ ਜਾਣ ਲਈ ਸਤਿਗੁਰੂ ਜੀ ਪ੍ਰਸਥਾਨ ਕਰਦੇ ਨੇ। ਹਾਂਜੀ। ਦਵੈ ਲੱਖ ਜੋ ਜਨ ਦੀਪ ਵਿਸਾਲਾ, ਉਲੰਘ ਗਏ ਸਗਰੂ ਤਤਕਾਲਾ। ਇਥੋਂ ਸਤਿਗੁਰੂ ਜੀ ਅੱਗੇ ਜਦੋਂ ਗਏ ਨੇ, ਇਹ ਬੜਾ ਵੱਡਾ ਦੀਪ ਸੀ। ਇਹ ਵੱਡੇ ਦੀਪ, ਬਹੁਤ ਵੱਡੀ ਵੱਡੀ ਧਰਤੀ ਹੈ। ਜਖੀਰਾ ਕਹਿੰਦੇ ਕਿਹਨੂੰ ਨੇ, ਦੀਪ ਕਹਿੰਦੇ ਕਿਹਨੂੰ ਨੇ, ਟਾਪੂ ਕਹਿੰਦੇ ਕਿਹਨੂੰ ਨੇ। ਜਿਹੜੀ ਸਮੁੰਦਰ ਵਿੱਚ ਧਰਤੀ, ਉਹਨੂੰ ਅਸੀਂ ਟਾਪੂ ਕਹਿੰਦੇ ਹਾਂ। ਉਹ ਧਰਤੀ ਜਿਹਦੇ ਆਲੇ ਦੁਆਲੇ ਪਾਣੀ ਹੋਵੇ, ਇੱਕ ਧਰਤੀ ਜਿੱਥੇ ਦੂਜੀ ਧਰਤੀ ਤੋਂ ਜਾਣ ਲਈ ਸਾਨੂੰ ਉੱਡ ਕੇ ਜਾਣਾ ਪਵੇ, ਜਾਂ ਸਮੁੰਦਰੀ ਜਹਾਜ਼ ਦੇ ਰਾਹੀਂ ਜਾਣਾ ਪਵੇ, ਜਾਂ ਐਰੋਪਲੇਨ ਦੇ ਰਾਹੀਂ ਜਾਣਾ ਪਵੇ, ਤੇ ਉਹ ਜਖੀਰਾ ਹੋ ਗਿਆ। ਇਹ ਸਾਰੀ ਧਰਤੀ ਸਤਿਗੁਰੂ ਜੀ ਨੇ ਉਲੰਘੀ ਹੈ। ਹਾਂਜੀ। ਬਹੁਰੂ ਆਹਵਾ ਉਦਤ ਅਗਾਰੀ, ਰਸ ਊਖੈ ਕੋ ਜੋ ਅਨਹਾਰੀ। ਅੱਗੇ ਜਿਹੜਾ ਸਮੁੰਦਰ ਆਇਆ, ਉਸ ਸਮੁੰਦਰ ਦਾ ਰੰਗ, ਉਸ ਸਮੁੰਦਰ ਦਾ ਪਾਣੀ ਇਵੇਂ ਹੈ ਜਿਵੇਂ ਗੰਨੇ ਦਾ ਰਸ ਹੁੰਦਾ ਹੈ। ਉਹਦਾ ਰੰਗ ਵੀ ਹਰਾ ਹੈ ਤੇ ਪਾਣੀ ਵੀ ਗਾੜਾ ਹੈ। ਹਾਂਜੀ। ਦਵੈ ਲਛ ਜੋ ਜਨ ਕੇਰ ਪ੍ਰਮਾਨਾ, ਤੇ ਪਰ ਕੀਨ ਪ੍ਰਭੂ ਪ੍ਰਸਥਾਨਾ। ਇਹਦੇ ਉੱਤੋਂ ਦੀ ਲੱਖਾਂ ਮੀਲ ਸਤਿਗੁਰੂ ਲੰਘੇ ਨੇ, ਫਿਰ ਅਗਲੀ ਧਰਤੀ ਆਈ ਹੈ। ਹਾਂਜੀ। ਪਗ ਅਗੁਸ਼ਟ ਨ ਕੇ ਠਾਂ ਪੀਨੋ, ਚਲੇ ਸੂਖ ਸੋ ਹਮ ਪੀ ਤੀਨੋ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਅੱਗੇ ਨੇ, ਭਾਈ ਮਰਦਾਨਾ, ਭਾਈ ਬਾਲਾ ਸਤਿਗੁਰੂ ਜੀ ਦੇ ਮਗਰ ਨੇ।
बड़े सुख विच सुखैन तरीके नाल ये सारा सफर उलंघे है। हाँ जी। ਭਾਰ ਕਰਾਰ ਹੋ ਤੋ ਜਿਹ ਥਾਈ ਤਹ ਪਹੁੰਚੇ ਜਸ ਪਦ ਜਗ ਸਾਈ। पार करार होतो जे थाई, इस सारे समुंदर नूं उलंघ के सच्चे पातशाह गुरु नानक देव महाराज जेड़े जगत दे मालक ने, जगत नूं सुख देण वाले सतगुरु पहुंचे ने। हाँ जी। ਸਾਲ ਮਲੀ ਸੋ ਦੀਪ ਸੁਹਾਵਾ ਸਿਮਲ ਬ੍ਰਿਖ ਤੇ ਨਾਮ ਤੇ ਪਾਵਾ। ਇੱਥੇ ਜਦੋਂ ਸਤਿਗੁਰੂ ਗਏ ਤੇ ਪਤਾ ਲੱਗਿਆ ਕਿ ਇਸ ਦੀਪ ਦਾ ਨਾਂ ਜਿਹੜਾ ਹੈ ਉਹ ਸ਼ਾਲਮਲੀ ਹੈ, ਸਿੰਬਲ ਦੇ ਰੁੱਖ ਤੋਂ। ਇੱਥੇ ਬਹੁਤਾਤ ਦੇ ਵਿੱਚ, ਇਸ ਧਰਤੀ ਦੇ ਵਿੱਚ ਸਿੰਬਲ ਦੇ ਰੁੱਖ ਜਿਹੜੇ ਨੇ ਉਹ ਨਜ਼ਰ ਆਉਂਦੇ ਨੇ, ਉਹ ਖਲੋਤੇ ਨੇ। ਹਾਂਜੀ। ਬੈਠੇ ਨਗਰ ਬਿਖੈ ਗੁਰ ਜਾਈ ਨਰ ਆਏ ਮਿਲ ਬਹੁਤੇ ਥਾਈ। ਇੱਥੇ ਜਦੋਂ ਸਤਿਗੁਰੂ ਜਾ ਕੇ ਬੈਠੇ, ਬੜੇ ਸਾਰੇ ਲੋਕ ਉਸ ਧਰਤੀ ਦੇ, ਉਸ ਦੀਪ ਦੇ, ਉਸ ਜਖੀਰੇ ਦੇ, ਉਹ ਆ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਦੇ ਨੇ। ਹਾਂਜੀ। ਬੰਦਨ ਕਰ ਢਿਗ ਬੈਠਹੀ ਪੁਨ ਨਿਜ ਜਾਹੇ ਆਵਾਸ। ਬੰਧਨ ਕਰ ਢਿਗ ਬੈਠਹੀ ਪੁਨ ਨਿਜ ਜਾਹੇ ਆਵਾਸ। ਆਉਂਦੇ ਨੇ, ਮੱਥਾ ਟੇਕਦੇ ਨੇ, ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਭੇਟਾ ਵੀ ਰੱਖਦੇ ਨੇ, ਫਿਰ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ। ਇਹ ਉੱਥੋਂ ਦੇ ਲੋਕਾਂ ਦੀ ਨਿਤ ਪ੍ਰਕਿਰਿਆ ਹੈ। ਜਦੋਂ ਦੇ ਸਤਿਗੁਰੂ ਆਏ ਨੇ ਉਹ ਇਸੇ ਤਰ੍ਹਾਂ ਹੀ ਮਿਲਦੇ ਨੇ, ਇਸੇ ਤਰ੍ਹਾਂ ਹੀ ਵਰਤਦੇ ਨੇ। ਹਾਂਜੀ। ਆਨ ਦੀਪ ਕੋ ਸੰਤ ਹੈ ਸੁਧ ਹੋਈ ਨ੍ਰਿਪ ਪਾਸ। ਇਹ ਖਬਰ ਰਾਜੇ ਨੂੰ ਵੀ ਮਿਲੀ, ਕਿਸੇ ਦੂਸਰੇ ਦੇਸ਼ ਦਾ ਕੋਈ ਸੰਤ ਹੈ, ਆਪਣੇ ਦੇਸ਼ ਆਇਆ, ਕੋਈ ਧਰਮੀ ਪੁਰਖ ਹੈ, ਕੋਈ ਭਲਾ ਪੁਰਖ ਹੈ, ਕੋਈ ਦਰਵੇਸ਼ ਹੈ। ਇਹ ਖਬਰ ਜਦੋਂ ਰਾਜੇ ਨੇ ਸੁਣੀ ਹੈ। ਹਾਂਜੀ। ਉਤਮ ਬਹੁਤ ਉਪਾਇਣ ਲਿਆਇਓ ਆਏ ਗੁਰੂ ਪਗ ਸੀਸ ਨਿਵਾਇਓ। ਉੱਤਮ ਬਹੁਤ ਉਪਾਇਨ ਲਿਆਇਓ ਆਏ ਗੁਰੂ ਪਗ ਸੀਸ ਨਵਾਇਓ। ਰਾਜਾ ਜਿਹੜਾ ਸੀ ਉਹ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ। ਉਹਨੇ ਆ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ। ਬਹੁਤ ਸਾਰੀਆਂ ਉਹ ਪਿਆਰ ਭੇਟਾਵਾਂ ਵੀ ਲੈ ਕੇ ਆਇਆ। ਹਾਂਜੀ। ਬੈਠੇ ਹੋ ਜਬ ਪ੍ਰਭ ਬਚਨ ਬਖਾਨਾ ਲੈ ਜਾਵੋ ਇਹ ਭੇਟ ਰਜਾਨਾ। ਸਤਿਗੁਰੂ ਜੀ ਕਹਿਣ ਲੱਗੇ, ਰਾਜਨ ਤੂੰ ਆਇਆ ਇਹ ਠੀਕ ਹੈ, ਤੂੰ ਮੱਥਾ ਟੇਕਿਆ ਇਹ ਵੀ ਠੀਕ ਹੈ, ਪਰ ਆ ਜਿਹੜੀਆਂ ਤੂੰ ਭੇਟਾਂ ਲੈ ਕੇ ਆਇਆ ਸਾਡੇ ਤਾਂ ਕਿਸੇ ਕੰਮ ਨਹੀਂ। ਇਹ ਇਹਨਾਂ ਭੇਟਾਵਾਂ ਦਾ ਅਸੀਂ ਕੀ ਕਰਨਾ, ਸਾਡੇ ਨਹੀਂ ਕਿਸੇ ਕੰਮ ਦੀਆਂ। ਹਾਂਜੀ। ਕਛ ਨਾ ਹਮਾਰੇ ਆਵੇ ਕਾਜੂ ਨਾਮ ਨ ਜਪੋ ਜਨਮ ਕੋ ਲਾਜ। ਕਛੂ ਨਾ ਹਮਾਰੇ ਆਵੇਂ ਕਾਜੂ। ਰਾਜਨ ਇਹ ਤੇਰੀਆਂ ਚੀਜ਼ਾਂ, ਇਹ ਤੇਰੀਆਂ ਭੇਟਾਵਾਂ ਸਾਡੇ ਕਿਸੇ ਕੰਮ ਨਹੀਂ ਆਉਣੀਆਂ। ਅਸੀਂ ਕੀ ਕਰਨੀਆਂ ਨੇ, ਸਾਡੇ ਕਿਸ ਅਰਥ ਨੇ, ਅਸੀਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਹੈ। ਇਹ ਤੁਸੀਂ ਵਾਪਸ ਲੈ ਜਾਓ, ਤੇ ਤੁਹਾਡੇ ਸੰਸਾਰੀਆਂ ਦੇ ਵਰਤਨ ਵਾਲੀਆਂ ਨੇ। ਇਸ ਕਰਕੇ ਨਾਮ ਨਾ ਜਪੋ ਜਨਮ ਕੋ ਲਾਜੂ। ਪਰ ਤੁਸੀਂ ਨਾਮ ਤਾਂ ਜਪਦੇ ਨਹੀਂ, ਕੇਵਲ ਮੱਥਾ ਟੇਕ ਦੇਣਾ, ਭੇਟਾਵਾਂ ਰੱਖ ਦੇਣੀਆਂ, ਇਹ ਤਾਂ ਜੀਵਨ ਦਾ ਸਫਲ ਹੋਣ ਦਾ ਰਸਤਾ ਨਹੀਂ ਹੈ। ਜੀਵਨ ਸਫਲ ਹੋਵੇਗਾ ਜੇ ਤੁਸੀਂ ਨਾਮ ਜਪੋਗੇ ਤਾਂ। ਹਾਂਜੀ। ਹਾਥ ਜੋਰ ਕਰ ਭੂਪ ਉਚਾਰੇ ਨਿਜ ਉਪਦੇਸ਼ ਦੇਹੋ ਹਮ ਤਾਰੇ। ਰਾਜਾ ਜਿਹੜਾ ਸੀ ਉਹ ਆਇਆ ਸੀ ਭੇਟਾ ਲੈ ਕੇ। ਸਤਿਗੁਰੂ ਕਹਿਣ ਲੱਗੇ, ਭਾਈ ਭੇਟਾ ਲੈ ਜਾ, ਤੇਰੀ ਭੇਟਾ ਸਾਡੇ ਕਿਸੇ ਕੰਮ ਨਹੀਂ। ਸ਼ਾਇਦ ਤੂੰ ਸੋਚਦਾ ਹੋਵੇਗਾ
कि मैं भेटा दे देंगा तो ये जिहड़े संत जी आए ने ये मेरा भला कर देणगे। आपां भी इदां ही सोचते भी गुरुद्वारे गए हाँ, सेरा चढ़ा दिता है, रमाला चढ़ा दिता है, प्रसाद करा दिता है, माया गोलक च पा दी है, तो हुण तो रब नूं साडे काम करने ही पैणगे। मतलब इन्ना समान महाराज ने रख लिया है तो उन्हें मोड़िया तो है नहीं। जे उन्हें साडे काम ना करने होंदे तो उन्हें समान नहीं सी रखना। सानू इदां लगता है भी भेटा दित्ते हाँ, काम जिहड़ा है वो हुण पक्का है। भेटा तुहाडा प्यार है, ये तुहाडा अपनी किरत नूं सफला करन दा एक तरीका है। पर जे तुसी चाहुंदे हो कि वाहिगुरू तुहाडे काम करे तो फिर ये जरूर चेता रखना कि जिन जिन नाम ते आया तिन के काज सरे। कम उन्हां दे होणगे जिहड़े रब दी भगती करनगे। असीं रोज़ पढ़ते हैं, जो जन तुमरी भगत करन ते तिन के काज सवारता, गोपाल तेरा आरता। सतगुरु कहन लगे राजा भेटा लै जा अपनी। राजा सी, सियाणा व्यक्ति सीगा। हाथ जोर कर भूप उचारै, निज उपदेश देहो हम धारै। राजा कहन लगा जी भेटा ते रख लो, पर मैनू गल समझ आ गई है कि नाम जपना पवेगा। कहन लगा जी फिर उपदेश दिओ, असीं तुहाडी शिक्षा नूं मन्नांगे, असीं तुहाडे उपदेश नूं कमावांगे, असीं तुहाडी आग्या दा पालन करांगे। हाँ जी। तुम हो संत परमेश्वर रूपा, सब ते महिमा अदक अनूपा। तुसी संत हो, तुसी परमेश्वर दे रूप हो, तुहाडी महिमा अनूप है। क्योंकि राजे ने भी बड़े संत वेखे होणगे। गुरु कलगीधर पिता दी बाणी अकाल उस्तत पढ़ोगे फिर पता लगेगा। महाराज कहंदे ने जिथे जाओगे उथों दे लोग कहणगे भी लियाओ जी माल सानू दे दिओ। अमूमन सारे कहंदे ने, मैं भी कहांगा कि माया नाल नहीं जानी। फिर तुसीं पुछो ज्ञानी जी तुसीं क्यों चुकदे हो, तुसीं क्यों रखदे हो अपने कोले? साडे नाल नहीं जानी ते तुहाडे नाल चली जानी है। जिथे भी तुसी जाओगे तुहानूं इक्को ही गल कही जाएगी भी जी दान पुण्य कर दिओ जी मुक्ति मिल जाएगी। चलो दान पुण्य करन वाले नूं तो मुक्ति मिल जाएगी, जिहड़े तुसी इकट्ठा करी जांदे तुहानूं की मिलेगा? तुहानूं सज़ा मिलेगी। इसे करके ये गल नूं समझण दी लोड़ है। आपां जिहड़ा गुरुद्वारे दे विच पैसा मत्था टेकदे आ, पदार्थ लैके आउने आ, इस करके लैके आउने आ कि इन्हां दे नाल स्कूल बनते ने, इन्हां नाल हॉस्पिटल बनते ने, इन्हां नाल लंगर चलते हैं, इन्हां नाल गुरुद्वारियां दे विच इमारतां बनदियां ने, इन्हां नाल धर्म प्रचार हुंदा है। इहदे नाल साडी किरत सफली हुंदी है। ये जरूरी तो नहीं भी गुरुद्वारियां वाले ही दान करते हैं, जिन्नी गोरे चैरिटी करते हैं असीं तां करदे ही नहीं। साडे चों दस दिओ किसी ने कदे 500 करोड़ 600 करोड़ 1000 करोड़ 2000 करोड़ कदे दिता होवे तां। आ फेसबुक के मालिक ने 2 साल होए ने 600 करोड़ दिता है। मेरे ख्याल 600 करोड़ अगर सैकड़े बंदे गिनन गए तो मूँह का थुक मुक जाएगा पैसे गिनदिया। इन्नी कीमत बनती, इन्ना पैसा बनता है। जिस व्यक्ति नूं भी रब ने दिता है उस व्यक्ति ने कोशिश जरूर की है कि मैं गरीबां की मदद करा, मैं उन्हां लई हॉस्पिटल बनावा, मैं उन्हां लई स्कूल बनावा, मैं उन्हां लई लंगर चलावा। हर अमीर आदमी ने कोशिश की है और जिन्हां ने की उन्हां दी माया सफली भी हुई है। पर जे आपां चाहुंदे रब दी खुशी तो रब दी खुशी वास्ते सानू रब दे मलाप वास्ते जिहड़ा गुरु नानक दे घर दा उपदेश है वह है नाम जपना। राजा कहन लगा संत जी किरपा करो, तुहाडे वर्गा संत मेरे देश विच कदे आया ही कोई नहीं, तुसी किरपा करो असी
ਤੁਹਾਡੀ ਆਗਿਆ ਦਾ ਪਾਲਣ ਕਰਾਂਗੇ। ਹਾਂਜੀ। ਕੀਨ ਬਿਨੇ ਬਹੁ ਕਹਿ ਵਡਿਆਈ, ਤਬ ਸ਼੍ਰੀ ਨਾਨਕ ਗਿਰਾ ਅਲਾਈ। ਇੱਕ ਮੇਰੀ ਬੇਨਤੀ ਹੋਰ ਹੈ, ਜਿਹੜੇ ਵੀਰ ਗੁੱਤਾਂ ਕਰਦੇ ਨੇ, ਪਿੱਛੇ ਜੂੜੇ ਕਰਦੇ ਨੇ, ਜਿਨ੍ਹਾਂ ਨੂੰ ਦਸਤਾਰ ਬੰਨਣ ਤੇ ਕੇਸਕੀ ਬੰਨਣ ਤੇ ਸ਼ਰਮ ਆਉਂਦੀ ਹੈ, ਬੜੀ ਸੋਹਣੀ ਗੱਲ ਸਵੇਰੇ ਕਥਾਵਾਚਕ ਕਹਿ ਕੇ ਗਏ ਨੇ ਕਿ ਉਹ ਅਰਦਾਸ ਕਰਨ ਵੀ ਮਹਾਰਾਜ ਇੱਕ ਜੂਨੀ ਸਿੰਘਣੀ ਦੀ ਦੇ ਦਿਓ। ਸਾਰੇ ਫੈਸ਼ਨ ਕਰਿਓ, ਫਿਰ ਜਿਹੋ ਜੀ ਮਰਜ਼ੀ ਗੁੱਤ ਕਰਿਓ, ਜਿਹੋ ਜੀ ਮਰਜ਼ੀ ਜੂੜੇ ਕਰਿਓ ਭਾਈ ਤੁਸੀਂ, ਕਿਉਂਕਿ ਜੂੜੇ ਤੇ ਆਪਾਂ ਬੀਬੀਆਂ ਵਾਲੇ ਹੀ ਕਰਨੇ ਨੇ ਨਾ, ਸਿੰਘਾਂ ਵਾਲੇ ਜੂੜੇ ਤੇ ਕਰਨੇ ਨਹੀਂ। ਨਾ ਦਮਾਲੇ ਸਜਾਉਣੇ, ਨਾ ਦਸਤਾਰਾਂ ਸਜਾਉਣੀਆਂ, ਨਾ ਹੀ ਸ਼ਾਇਦ ਸਾਨੂੰ ਚੰਗੀਆਂ ਲੱਗਦੀਆਂ ਨੇ। ਤੇ ਫਿਰ ਆਪਾਂ ਅਰਦਾਸ ਹੀ ਕਰੀਏ ਵੀ ਮਹਾਰਾਜ ਇੱਕ ਜੂਨੀ ਸਿੰਘਣੀ ਵਾਲੀ ਦੇ ਦਿਓ, ਤਾਂ ਕਿ ਇੱਕ ਜੂਨੀ ਪੂਰੀ 50 60 70 ਸਾਲ ਸਾਰੇ ਫੈਸ਼ਨ ਕਰ ਲਿਓ ਜੇ ਭਾਈ। ਭਾਈ ਗੁਰੂ ਕੇ ਸਿੰਘ ਬਣੋ, ਕੇਸਾਂ ਦਾ ਅਦਬ ਕਰੋ, ਆਪਣੇ ਸਿਰ ਤੇ ਸੋਹਣੇ ਜੂੜੇ ਸਜਾ ਕੇ ਦਮਾਲੇ ਦਸਤਾਰਾਂ ਸਜਾਓ। ਸਿਰ ਦੇ ਉੱਤੇ ਜਰਾਬਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਬੱਚਿਆਂ ਨੇ, ਮਾਂ ਪਿਓ ਨੂੰ ਰੋਕਦਾ ਨਹੀਂ ਹੈ। ਪੈਰਾਂ ਵਿੱਚ ਪਾਉਣ ਵਾਲੀ ਜਰਾਬ ਘਰ ਵਿੱਚ ਬੱਚਾ ਸਿਰ ਤੇ ਪਾ ਰਿਹਾ। ਤੁਸੀਂ ਕੀ ਸੋਚਦੇ ਹੋ ਵੀ ਕਿੰਨਾ ਕੁ ਰੋਸ਼ਨ ਕਰੇਗਾ ਤੁਹਾਡੇ ਘਰ ਦਾ ਨਾਂ? ਇਹ ਘਰ ਨੂੰ ਕਿੰਨੇ ਕੁ ਚਾਰ ਚਿੰਨ੍ਹ ਲਾਏਗਾ ਇਹ ਹੋਰ ਅੱਗੇ ਜਾ ਕੇ। ਇਹ ਸਰਦਾਰੀਆਂ ਗੁਰੂ ਕਲਗੀਧਰ ਪਿਤਾ ਨੇ ਸਰਬੰਸ ਸਵਾਰ ਕੇ ਦਿੱਤੀਆਂ ਨੇ ਸਾਨੂੰ। ਇਹਨਾਂ ਸਰਦਾਰੀਆਂ ਦਾ ਸਤਿਕਾਰ ਕਰੋ, ਸਨਮਾਨ ਕਰੋ, ਇਹਨਾਂ ਦੀ ਇੱਜ਼ਤ ਕਰੋ, ਰਿਸਪੈਕਟ ਕਰੋ ਇਹਨਾਂ ਦੀ। ਗੁਰੂ ਕਲਗੀਧਰ ਪਿਤਾ ਮਹਾਰਾਜ ਕਹਿੰਦੇ ਸੀ, ਮੈਂ ਸਿੱਖਾ ਤੇਰਾ ਕਦੇ ਸਾਥ ਨਹੀਂ ਛੱਡਾਂਗਾ, ਮੈਂ ਤੇਰੀ ਕਦੇ ਬਾਂਹ ਨਹੀਂ ਛੱਡਾਂਗਾ, ਤੂੰ ਮੇਰਾ ਰੂਪ ਹੋਵੇਂਗਾ, ਮੈਂ ਹਮੇਸ਼ਾ ਤੇਰੇ ਅੰਗ ਸੰਗ ਰਵਾਂਗਾ। ਦੁਬਾਰਾ ਪੜ੍ਹ। ਕੀਨ ਬਿਨੇ ਬਹੁ ਕਹਿ ਵਡਿਆਈ, ਤਬ ਸ਼੍ਰੀ ਨਾਨਕ ਗਿਰਾ ਅਲਾਈ। ਜਦੋਂ ਇਸ ਰਾਜੇ ਨੇ ਇੱਕ ਵਾਰੀ ਨਹੀਂ ਬਾਰ-ਬਾਰ ਬੇਨਤੀਆਂ ਕੀਤੀਆਂ, ਕਹਿਣ ਲੱਗਾ ਜੀ ਉਪਦੇਸ਼ ਦਿਓ। ਸਤਿਗੁਰੂ ਜੀ ਨੇ ਕਿਹਾ ਸੀ ਰਾਜਾ ਭੇਟਾ ਲੈ ਜਾਓ ਆਪਣੀ, ਆ ਗਏ ਹੋ ਮੱਥਾ ਟੇਕ ਲਿਆ, ਠੀਕ ਹੈ, ਪਰ ਜੇ ਤੁਸੀਂ ਨਾਮ ਨਹੀਂ ਜਪਦੇ ਤੇ ਇਸ ਗੱਲ ਦੀ ਲੱਜਾ ਹੋਣੀ ਚਾਹੀਦੀ ਹੈ। ਕਹਿਣ ਲੱਗਾ ਜੀ ਉਪਦੇਸ਼ ਦਿਓ, ਅਸੀਂ ਕਮਾਵਾਂਗੇ। ਸਤਿਗੁਰੂ ਤਰੁੱਠੇ ਨੇ। ਗੁਰੂ ਨਾਨਕ ਦੇ ਪਿਤਾ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ। ਹਾਂਜੀ। ਸਤਨਾਮ ਕੋ ਜਾਪ ਮੁਖ, ਘਰ ਕਹਿ ਸਦਾ ਉਚਾਰ। ਸਤਿਗੁਰੂ ਜੀ ਕਹਿਣ ਲੱਗੇ ਹਮੇਸ਼ਾ ਸਤਨਾਮ ਦਾ ਜਾਪ ਕਰਨਾ ਹੈ। ਉੱਠਦਿਆਂ ਬਹਿੰਦਿਆਂ ਇਹੀ ਕਹਿਣਾ ਹੈ, ਪ੍ਰਮਾਤਮਾ ਤੂੰ ਸੱਚਾ ਹੈ, ਪ੍ਰਮਾਤਮਾ ਤੂੰ ਅਟਲ ਹੈ, ਤੂੰ ਸਦੀਵ ਹੈ। ਅਸਲ ਵਿੱਚ ਹੈ ਹੀ ਪ੍ਰਮਾਤਮਾ। ਸੱਚ ਦੀ ਪਰਿਭਾਸ਼ਾ ਕੀ ਹੈ? ਜਿਹੜਾ ਪਹਿਲਾਂ ਵੀ ਸੀ ਉਹ ਸੱਚ ਹੈ, ਜਿਹੜਾ ਅੱਜ ਵੀ ਹੈ ਉਹ ਸੱਚ ਹੈ, ਜਿਹੜਾ ਅੱਗੋਂ ਹੋਏਗਾ ਉਹ ਵੀ ਸੱਚ ਹੈ, ਜਿਹੜਾ ਪਹਿਲਾਂ ਨਹੀਂ ਸੀ ਅੱਜ ਹੈ ਉਹ ਸੱਚ ਨਹੀਂ ਹੈ, ਜਿਹੜਾ ਅੱਜ ਹੈ ਕੱਲ ਨਹੀਂ ਹੋਏਗਾ ਉਹ ਵੀ ਸੱਚ ਨਹੀਂ ਹੈ। ਦੇਖੋ ਨਾ, ਅੱਜ ਐਤਵਾਰ ਹੈ, ਹੁਣ ਕੱਲ ਸੋਮਵਾਰ ਆਪਾਂ ਕਹੀਏ ਜੋ ਕੱਲ ਵਾਲੀ ਚੀਜ਼ ਵਿਖਾਓ, ਤੁਸੀਂ ਕਹੋਗੇ ਜੇ ਹੈ ਨਹੀਂ ਗੀ, ਤੇ ਆਪਾਂ ਕਹਾਂਗੇ ਇਹਦਾ ਮਤਲਬ ਝੂਠ ਸੀ ਉਹ। ਸੱਚ ਉਹ ਹੈ ਜੋ ਸਦੀਵ ਹੈ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਸਤਿਗੁਰੂ ਕਹਿੰਦੇ ਉਹਦਾ ਸਿਮਰਨ ਕਰੋ ਭਾਈ। ਪੰਚਾਮ੍ਰਿਤ ਗੁਰ ਕੋ ਕਰੋ, ਇਤ ਉਤ ਨਿਤ ਸੁਖ ਸਾਰ। ਇੱਕ ਆਪਣੇ ਘਰ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ ਸ਼ੁਰੂ ਕਰੋ। ਕੋਈ ਕਾਰਜ ਹੋਵੇ, ਆਪਣੇ ਘਰ ਵਿੱਚ ਪ੍ਰਸ਼ਾਦ ਬਣਾਓ। ਪ੍ਰਸ਼ਾਦ ਤੋਂ ਭਾਵ ਹੈ ਦੇਗ, ਪ੍ਰਸ਼ਾਦ ਤੋਂ ਭਾਵ ਹੈ ਕੜਾਹ ਪ੍ਰਸ਼ਾਦ। ਇਤ ਉਤ ਨਿਤ ਸੁਖ ਸਾਰ, ਇਹਦੇ ਨਾਲ ਹਮੇਸ਼ਾ ਤੁਹਾਡੇ ਘਰਾਂ ਵਿੱਚ ਸੁਖ ਵਰਤੇਗਾ। ਕੋਈ ਹੈ ਐਸਾ ਪਰਿਵਾਰ ਭਾਈ ਜਿਸ ਘਰ ਵਿੱਚ ਸਵੇਰੇ ਉੱਠ ਕੇ ਚਾਹ ਨਾ ਬਣਦੀ ਹੋਵੇ, ਪਹਿਲਾਂ ਦੇਗ ਬਣਦੀ ਹੋਵੇ? ਦੇਗ ਬਣਨ ਤੋਂ ਭਾਵ ਕੀ ਹੈ ਕਿ ਘੱਟੋ ਘੱਟ ਜਪਜੀ ਸਾਹਿਬ ਦਾ ਪਾਠ ਤੇ ਹੋਏਗਾ ਨਾ।
ਦੇਗ ਤੋਂ ਭਾਵ ਕੀ ਹੈ? 5 ਪੌੜੀਆਂ 6 ਪੌੜੀਆਂ ਆਨੰਦ ਸਾਹਿਬ ਦੀਆਂ ਵੀ ਹੋਣਗੀਆਂ। ਦੇਗ ਤੋਂ ਭਾਵ ਹੈ ਫਿਰ ਅਰਦਾਸ ਵੀ ਹੋਏਗੀ, ਸਰਬੱਤ ਦੇ ਭਲੇ ਦੀ ਵੀ ਹੋਏਗੀ, ਘਰ ਦੇ ਭਲੇ ਦੀ ਵੀ ਹੋਏਗੀ। ਤੇ ਜਿਸ ਘਰ ਵਿੱਚ ਰੋਜ਼ ਸਵੇਰੇ ਵਾਹਿਗੁਰੂ ਨੂੰ ਸਿਮਰਿਆ ਜਾਏਗਾ ਤੇ ਜੇ ਉਸ ਘਰ ਵਿੱਚ ਸੁੱਖ ਸਮਰਿੱਧੀ ਨਹੀਂ ਹੋਏਗੀ ਤੇ ਫਿਰ ਕਿਹਦੇ ਘਰ ਵਿੱਚ ਹੋਏਗੀ ਭਾਈ? ਸਤਿਗੁਰੂ ਕਹਿਣ ਲੱਗੇ ਆਪਣੇ ਘਰਾਂ ਵਿੱਚ ਪੰਚਾ ਅੰਮ੍ਰਿਤ ਦੇਗ ਬਣਾਓ। ਹਾਂਜੀ। ਮਾਨੇ ਸਤਿਗੁਰ ਕੇ ਬਚ ਜਬ ਹੀ, ਪਾਹੁਲ ਪੱਗ ਕੀ ਦੀਨੀ ਤਬ ਹੀ। ਸੱਚੇ ਪਾਤਸ਼ਾਹ ਦੇ ਉਹਨਾਂ ਨੇ ਬਚਨ ਮੰਨੇ, ਕਹਿਣ ਲੱਗੇ ਜੀ ਬਿਲਕੁਲ ਸਿਮਰਨ ਵੀ ਕਰਾਂਗੇ, ਦੇਗ ਵੀ ਬਣਾਵਾਂਗੇ। ਫਿਰ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਚਰਨ ਪਹੁਲ ਵੀ ਦਿੱਤੀ, ਉਹਨਾਂ ਨੂੰ ਚਰਨਾਮਤ ਦੇ ਕੇ ਇਹ ਅੰਮ੍ਰਿਤ ਦੀ ਦਾਤ ਦੇ ਕੇ ਸਤਿਗੁਰੂ ਜੀ ਨੇ ਨਵਾਜਿਆ। ਹਾਂਜੀ। ਸਿੱਖ ਭਏ ਬਹੁਤੇ ਨਰ ਆਏ, ਨਾਮ ਦਾਨ ਇਸ਼ਨਾਨ ਦ੍ਰਿੜਾਏ। ਬਹੁਤ ਸਾਰੇ ਲੋਕ ਸਿੱਖ ਬਣੇ ਤੇ ਉਹਨਾਂ ਨੇ ਨਾਮ ਦਾਨ ਤੇ ਇਸ਼ਨਾਨ 3 ਚੀਜ਼ਾਂ ਦ੍ਰਿੜ ਕਰ ਲਈਆਂ। ਸਵੇਰੇ ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ, ਫਿਰ ਦੂਜਿਆਂ ਨੂੰ ਦਾਨ ਕਰਨਾ, ਫਿਰ ਦੂਜਿਆਂ ਨੂੰ ਵੀ ਕਹਿਣਾ ਕਿ ਭਾਈ ਤੁਸੀਂ ਵੀ ਪਰਮੇਸ਼ਰ ਦਾ ਨਾਮ ਸਿਮਰੋ। ਹਾਂਜੀ। ਕੇਤਕ ਦਿਨ ਗੁਰ ਤਹਾਂ ਗੁਜਾਰੇ, ਨ੍ਰਿਪ ਕੇ ਸਦਨ ਰਹੇ ਦੁਖ ਟਾਰੇ। ਕੇਤਕ ਦਿਨ ਗੁਰ ਤਹਾਂ ਗੁਜਾਰੇ, ਕੁਝ ਦਿਨ ਸਤਿਗੁਰੂ ਇਸ ਦੇਸ਼ ਦੇ ਵਿੱਚ ਰਹੇ ਨੇ, ਇਸ ਥਾਂ ਦੇ ਉੱਪਰ, ਇਸ ਦੀਪ ਤੇ, ਇਸ ਟਾਪੂ ਦੇ ਉੱਪਰ ਸਤਿਗੁਰੂ ਜੀ ਨੇ ਕੁਝ ਦਿਨ ਬਸਰ ਕੀਤੇ ਨੇ। ਹਾਂਜੀ। ਵਿਦਾ ਹੋਏ ਪ੍ਰਭ ਕੀਨ ਪਿਆਨਾ, ਚਤੁਰ ਲੱਛ ਜੋ ਜਨ ਪਰਮਾਨਾ। ਇੱਥੋਂ ਜਦੋਂ ਸਤਿਗੁਰੂ ਜੀ ਅੱਗੇ ਤੁਰੇ ਨੇ, ਇਹ ਵੀ ਬਹੁਤ ਵੱਡਾ ਦੀਪ ਸੀ, ਬੜਾ ਵੱਡਾ ਇਲਾਕਾ ਸੀ, ਬੜੀ ਵੱਡੀ ਧਰਤੀ ਸੀ ਜਿੱਥੇ ਸਤਿਗੁਰੂ ਜੀ ਗਏ ਸਨ। ਹਾਂਜੀ। ਸਿੰਧ ਬਾਰਨੀ ਕੋ ਜਹਾਂ, ਦੀਪ ਸਰਸ ਬਿਸਥਾਰ। ਸਿੰਧ ਬਾਰਨੀ ਕੋ ਜਹਾਂ, ਦੀਪ ਸਰਸ ਬਿਸਥਾਰ। ਪਹਿਲਾ ਜਿਹੜਾ ਸਮੁੰਦਰ ਸੀ ਉਹ ਪਾਣੀ ਦਾ ਸੀ, ਜਿੱਥੇ ਮੁੜ ਕੇ ਗਏ ਉਹ ਸਮੁੰਦਰ ਐਵੇਂ ਸੀ, ਪਾਣੀ ਸੀ ਜਿਵੇਂ ਗੰਨੇ ਦਾ ਰਸ ਹੁੰਦਾ ਹੈ। ਹੁਣ ਜਿੱਥੇ ਸਤਿਗੁਰੂ ਪਹੁੰਚੇ ਨੇ ਉਹ ਸਮੁੰਦਰ ਦਾ ਪਾਣੀ ਐਵੇਂ ਹੈ ਜਿਵੇਂ ਸ਼ਰਾਬ ਹੁੰਦੀ ਹੈ, ਉਵੇਂ ਦੀ ਉਹਦੇ ਚੋਂ ਬਦਬੂ ਵੀ ਆਉਂਦੀ ਹੈ, ਉਵੇਂ ਦਾ ਉਹ ਪਾਣੀ ਦਾ ਰੰਗ ਰੂਪ ਹੈ। ਸਿੰਧ ਬਾਰਣੀ ਕੋ ਜਹਾਂ, ਦੀਪ ਸਰਸ ਬਿਸਥਾਰ। ਬਾਰਣੀ ਕਹਿੰਦੇ ਨੇ ਸ਼ਰਾਬ ਨੂੰ, ਸ਼ਰਾਬ ਦਾ ਸਮੁੰਦਰ ਹੈ। ਹਾਂਜੀ। ਲੀਨ ਉਡਾਰੀ ਤਹਾਂ ਤੇ, ਗਏ ਉਦਤ ਕੇ ਪਾਰ। ਇੱਥੋਂ ਜਦੋਂ ਸਤਿਗੁਰੂ ਜੀ ਅੱਗੇ ਗਏ ਨੇ, ਇਸ ਸਮੁੰਦਰ ਨੂੰ ਸਤਿਗੁਰੂ ਜੀ ਨੇ ਪਾਰ ਕੀਤਾ। ਹਾਂਜੀ। ਪਹੁੰਚੇ ਦੀਪ ਹੁਤੋ ਕੁਸ਼ ਨਾਮੂ, ਕੁਸ਼ਾ ਬੂਟ ਤਾਂ ਮਹਿ ਅਬਰਾਮੂ। ਜਿਸ ਅਗਲੇ ਦੀਪ ਸਤਿਗੁਰੂ ਪਹੁੰਚੇ ਨੇ ਉਸ ਦੀਪ ਦਾ ਨਾਂ ਕੁਸ਼ ਹੈ ਤੇ ਕੁਸ਼ਾ ਬੂਟ, ਕੁਸ਼ਾ ਨਾਮੀ ਜਿਹੜੀ ਬਨਸਪਤੀ ਹੈ, ਪੌਦੇ ਨੇ, ਬੂਟੇ ਨੇ, ਉਹ ਇਸ ਧਰਤੀ ਤੇ ਬਹੁਤ ਹੁੰਦੇ ਨੇ। ਇਸੇ ਦੇ ਨਾਮ ਤੋਂ ਇਹ ਜਿਹੜਾ ਦੀਪ ਸੀ, ਇਹਦਾ ਨਾਮ ਜਿਹੜਾ ਸੀ ਉਹ ਪ੍ਰਚਲਿਤ ਹੋਇਆ। ਹਾਂਜੀ। ਜਾਂ ਤੇ ਕੁਸ਼ ਤਹਿ ਨਾਮ ਕਹੀਜੈ, ਭੋਗਤ ਸੁਖ ਜੇ ਜੰਬੂ ਕੀਜੈ। ਜਾਂ ਤੇ ਕੁਸ਼ ਤੈ ਨਾਮ ਕਹੀਜੈ। ਇਸੇ ਕਰਕੇ ਇਸ ਦੀਪ ਨੂੰ ਕੁਸ਼ ਕਹਿੰਦੇ ਸੀ, ਕਿਉਂਕਿ ਕੁਸ਼ ਨਾਮੀ ਬਨਸਪਤੀ, ਪੌਦੇ, ਬੂਟੇ ਇੱਥੇ ਇਸ ਧਰਤੀ ਤੇ ਹੋਏ ਨੇ। ਇੱਥੋਂ ਦੇ ਲੋਕ ਭੋਗਤ ਸੁਖ ਜੇ ਜੰਬੂ ਕੀਜੈ। ਇੱਥੋਂ ਦੇ ਲੋਕ ਵੀ ਬੜੇ ਸੁਖੀ ਸੀ, ਬਹੁਤ ਉਹਨਾਂ ਦੇ ਕੋਲੇ ਦੁਨੀਆ ਦੇ ਸੁਖ ਸਾਧਨ ਮੌਜੂਦ ਸਨ। ਹਾਂਜੀ। ਬੈਠੇ ਸ਼੍ਰੀ ਪ੍ਰਭ ਪੁਰ ਮਹਿ ਜਾਏ, ਨਰ ਸਮੀਪ ਆਏ ਸਮਦਾਏ। ਇੱਥੇ ਜਦੋਂ ਸਤਿਗੁਰੂ ਜੀ ਨੇ ਆਪਣਾ ਆਸਣ ਕੀਤਾ, ਇਸ ਦੀਪ ਦੇ ਲੋਕ, ਇਸ ਟਾਪੂ ਦੇ ਲੋਕ ਸਤਿਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਨੇ। ਹਾਂ, ਇਹ ਗੱਲ ਇਹਨਾਂ ਦੀਪਾਂ ਦੇ ਵਿੱਚੋਂ ਪਤਾ ਲੱਗਦੀ ਕਿ ਉੱਥੋਂ ਦੇ ਲੋਕ ਅਦਬ ਵਾਲੇ ਸਨ, ਬੇਅਦਬ ਨਹੀਂ ਸਨ, ਰਾਖਸ਼ ਬਿਰਤੀ ਵਾਲੇ ਲੋਕ ਨਹੀਂ ਸਨ, ਉਹਨਾਂ ਦੀ ਦੈਂਤ ਬਿਰਤੀ ਨਹੀਂ ਸੀ।
ਉਹ ਕੋਈ ਦੇਵ ਵਰਗੇ ਕੋਈ ਆਦਮਖੋਰ ਲੋਕ ਨਹੀਂ ਸਨ। ਇਹ ਲੋਕ ਵੀ ਆਏ ਨੇ, ਇਹਨਾਂ ਨੇ ਵੀ ਆ ਕੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਵੀ ਟੇਕਿਆ, ਆ ਕੇ ਗੁਰੂ ਜੀ ਦੇ ਦਰਸ਼ਨ ਵੀ ਪਰਸੇ ਨੇ। ਹਾਂਜੀ। ਬਿਸਮਾਏ ਦੇਖੇ ਨਰ ਨਾਰੀ, ਬੰਦਹਿ ਭੇਟਾ ਧਰੇ ਅਗਾਰੀ। ਬਿਸਮਾਏ ਦੇਖੇ ਨਰ ਨਾਰੀ, ਹੈਰਾਨ ਹੁੰਦੇ ਨੇ ਵੀ ਇਹ ਕੌਣ ਲੋਕ ਨੇ, ਇਹ ਕਿਹੜੀ ਧਰਤੀ ਤੋਂ ਆਏ ਨੇ, ਇਹ ਕਿਹੜੇ ਦੇਸ਼ ਦੇ ਲੋਕ ਨੇ। ਉਹ ਵੇਖ ਕੇ ਹੈਰਾਨ ਜ਼ਰੂਰ ਹੁੰਦੇ ਨੇ, ਕਿਉਂਕਿ ਇਹ ਗੱਲ ਤਾਂ ਆਪਾਂ ਹਿੰਦੁਸਤਾਨ ਦੇ ਵਿੱਚ ਵੀ ਵੇਖ ਸਕਦੇ ਨਾ, ਹਾਲਾਂਕਿ ਸਾਰੀ ਇੱਕੋ ਧਰਤੀ ਹੈ, ਪਰ ਕਸ਼ਮੀਰ ਦੇ ਲੋਕਾਂ ਦਾ ਰਹਿਣ ਸਹਿਣ ਖਾਣ ਪੀਣ ਵੱਖਰਾ ਹੈ, ਹਿਮਾਚਲ ਦੇ ਲੋਕਾਂ ਦਾ ਵੱਖਰਾ ਹੈ, ਯੂਪੀ ਦੇ ਬਿਹਾਰ ਦੇ ਲੋਕਾਂ ਦਾ ਵੱਖਰਾ ਹੈ, ਤਾਮਿਲ ਅੱਗੇ ਚਲੇ ਜਾਓਗੇ ਉਹ ਬਿਲਕੁਲ ਹੀ ਵੱਖਰਾ ਹੈ। ਉਹਨਾਂ ਦੇ ਕੱਪੜੇ ਪਾਉਣ ਦਾ ਤਰੀਕਾ ਵੀ ਹੋਰ ਹੈ, ਉਹਨਾਂ ਦੇ ਖਾਣੇ ਖਾਣ ਦੇ ਤਰੀਕੇ ਵੀ ਵੱਖਰੇ ਨੇ, ਖਾਣਾ ਹੀ ਵੱਖਰਾ ਹੈ ਬਿਲਕੁਲ। ਰਾਜਸਥਾਨ ਚਲੇ ਜਾਓ, ਉਹਨਾਂ ਲੋਕਾਂ ਦਾ ਖਾਣਾ ਵੱਖਰਾ ਹੈ, ਗੁਜਰਾਤ ਵਾਲਿਆਂ ਦਾ ਵੱਖਰਾ ਹੈ, ਬੋਲੀ ਵੱਖਰੀ ਹੈ, ਪਹਿਰਾਵਾ ਵੱਖਰਾ ਹੈ। ਹੁਣ ਰਾਜਸਥਾਨੀਆਂ ਦੀ ਪੱਗ ਹੋਰ ਤਰ੍ਹਾਂ ਦੀ, ਹਰਿਆਣੇ ਵਾਲਿਆਂ ਦੀ ਹੋਰ ਤਰ੍ਹਾਂ ਦੀ, ਪੰਜਾਬ ਵਾਲਿਆਂ ਦੀ ਹੋਰ ਤਰ੍ਹਾਂ ਦੀ ਹੈ, ਤੇ ਸਾਰੀ ਪੱਗ ਹੀ ਹੈ। ਕੋਈ ਕਿਵੇਂ ਬੰਨ੍ਹਦਾ ਹੈ, ਕੋਈ ਕਿਵੇਂ ਬੰਨ੍ਹਦਾ ਹੈ, ਪਹਿਰਾਵਾ ਵੀ ਬਦਲਦਾ ਹੈ। ਤੋ ਇਹ ਤੀਜਾ ਟਾਪੂ ਸੀ ਕੁਛ। ਉੱਥੋਂ ਦੇ ਲੋਕ ਸਤਿਗੁਰੂ ਜੀ ਨੂੰ ਵੇਖ ਕੇ ਹੈਰਾਨ ਹੁੰਦੇ ਨੇ, ਅਚਰਜ ਹੁੰਦੇ ਨੇ ਵੀ ਕਿਹੜੇ ਦੇਸ਼ ਦੇ ਲੋਕ ਨੇ, ਕਿੱਥੋਂ ਆਏ ਨੇ। ਪਰ ਇੱਕ ਗੱਲ ਚੰਗੀ ਹੈ ਕਿ ਉਹ ਆ ਕੇ ਦਰਸ਼ਨ ਵੀ ਕਰਦੇ ਨੇ, ਉਹ ਆ ਕੇ ਸਤਿਗੁਰੂ ਜੀ ਨੂੰ ਮੱਥਾ ਵੀ ਟੇਕਦੇ ਨੇ। ਹਾਂਜੀ। ਅਪਰਦੀਪ ਕੋ ਸੰਤ ਇਹੋ, ਸਿੰਧ ਲੰਘ ਕਰ ਆਏ। ਇੱਕ ਗੱਲ ਦਾ ਉਹਨਾਂ ਦੇ ਉੱਤੇ ਪ੍ਰਭਾਵ ਜ਼ਰੂਰ ਹੈ। ਇਹ ਕੋਈ ਸੰਤ ਹੋਣਗੇ, ਕੋਈ ਪੁੱਗੇ ਹੋਏ ਸਾਧੂ ਹੋਣਗੇ, ਕੋਈ ਮਹਾਤਮਾ ਹੋਣਗੇ, ਜਿਹੜੇ ਇਸ ਤਰ੍ਹਾਂ ਸਮੁੰਦਰ ਪਾਰ ਕਰਕੇ ਆ ਗਏ ਨੇ। ਸਮੁੰਦਰ ਆਮ ਆਦਮੀ ਪਾਰ ਕਰ ਹੀ ਨਹੀਂ ਸਕਦਾ। ਵੇਖੋ, ਉਦੋਂ ਲੋਕਾਂ ਦੇ ਕੋਲ ਸਾਧਨ ਨਹੀਂ ਸਨ, ਨਾ ਲੋਕਾਂ ਕੋਲ ਸਮੁੰਦਰੀ ਜਹਾਜ਼ ਆਮ ਸਨ, ਨਾ ਲੋਕਾਂ ਦੇ ਕੋਲ ਐਰੋਪਲੇਨ ਸਨ, ਤੇ ਨਾ ਹੀ ਸਮੁੰਦਰੀ ਰਸਤੇ ਤੇ ਕੋਈ ਸਫ਼ਰ ਇੰਨਾ ਸੌਖਾ ਸੀ ਕਿ ਬੰਦਾ 2-4-5 ਦਿਨਾਂ ਵਿੱਚ, ਮਹੀਨੇ 2 ਮਹੀਨੇ 'ਚ ਕਿਤੇ ਕਿੱਤਾਂ ਤੋਂ ਦੂਜੀ ਥਾਂ ਚਲਾ ਜਾਏ। ਸਾਲੋ ਸਾਲੀ ਸਫ਼ਰ ਸੀ। ਹਾਂਜੀ। ਅਚਰਜ ਮਨ ਮਹਿਮਾਨ ਕੈ, ਆਣ ਲੱਗਹਿ ਸਭ ਪਾਏ। ਉਹ ਅਚਰਜਤਾ ਮੰਨਦੇ ਨੇ, ਉਹ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਦੇ ਨੇ। ਹਾਂਜੀ। ਕਲਾਵਾਨ ਸਮਰੱਥ ਮੁਕੰਦਾ, ਸੰਤ ਰੂਪ ਸਭ ਦੁਖ ਨਿਕੰਦਾ। ਉਹ ਮੰਨਦੇ ਨੇ ਇਹ ਕੋਈ ਕਲਾਵਾਨ ਹੈ, ਇਹ ਕੋਈ ਸਮਰੱਥ ਹੈ, ਇਹ ਕੋਈ ਮੁਕਤੀ ਦਾ ਦਾਤਾ ਹੈ, ਇਹ ਕੋਈ ਸੰਤ ਰੂਪ ਹੈ, ਇਹ ਸਾਨੂੰ ਸਾਰਿਆਂ ਦੇ ਸਭ ਦੁੱਖ ਨਿਕੰਦਾ। ਦੁੱਖ ਨਿਕੰਦਨ ਤੋਂ ਭਾਵ ਹੁੰਦਾ ਕੱਟ ਦੇਣੇ। ਅਗਰ ਅਸੀਂ ਇਹਦੇ ਦਰਸ਼ਨ ਕਰਾਂਗੇ, ਮੱਥਾ ਟੇਕਾਂਗੇ, ਸਾਡੇ ਦੁੱਖ ਕੱਟ ਦੇਵੇਗਾ। ਐਸੇ ਜਾਣ ਸੁਣੇ ਉਪਦੇਸ਼ੂ, ਘਰ ਦਰਸ਼ਨ ਪੀ ਭਗਤ ਪਰਵੇਸੂ। ਇਦਾਂ ਦੇ ਜਾਣ ਕੇ ਉਪਦੇਸ਼, ਸਤਨਾਮ ਤੇ ਗਤ ਹੋਏ ਜਾਵੇ। ਐਸੇ ਜਾਣ ਸੁਣੇ ਉਪਦੇਸ਼ੂ, ਕਰ ਦਰਸ਼ਨ ਭੀ ਭਗਤ ਪਰਵੇਸ਼ੂ। ਸਤਿਗੁਰੂ ਜੀ ਨੇ ਉਹਨਾਂ ਨੂੰ ਉਪਦੇਸ਼ ਵੀ ਦਿੱਤਾ, ਉਹਨਾਂ ਨੂੰ ਅਧਿਕਾਰੀ ਸਮਝਿਆ, ਯੋਗ ਸਮਝਿਆ ਕਿ ਇਹਨਾਂ ਨੂੰ ਸਿੱਖ ਮੱਤ ਦੇਣੀ ਬਣਦੀ ਹੈ। ਭਾਈ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਤੇ ਉਹ ਲੋਕ ਜਿਹੜੇ ਨੇ ਉਹ ਭਗਤੀ ਵਿੱਚ ਪ੍ਰਵਿਰਤ ਹੁੰਦੇ ਨੇ। ਹਾਂਜੀ। ਸ਼੍ਰੀ ਗੁਰ 300 ਬਚਨ ਸੁਣਾਵੇ, ਸਤਨਾਮ ਤੇ ਗਤ ਹੋਏ ਜਾਵੇ। ਸਤਿਗੁਰੂ ਜੀ ਉਹਨਾਂ ਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਜੇ ਤੁਸੀਂ ਸਿਮਰਨ ਕਰੋਗੇ ਤਾਂ ਮੁਕਤੀ ਹੋ ਜਾਏਗੀ। ਫਿਰ ਇਹ ਤੁਹਾਡਾ ਆਵਾਗਮਨ ਜਿਹੜਾ ਹੈ, ਤੁਹਾਡੇ ਜੰਜਾਲ ਜਿਹੜੇ ਨੇ ਇਹ ਕੱਟ ਜਾਣਗੇ। ਸੰਤਨ ਸੇਵਾ ਉਰ ਮਹਿ ਤਾਰੋ, ਭੋਗ ਲਾਲ ਸਾਰੇ ਦੇ ਬਸਾਰੋ। ਤੁਸੀਂ ਸੰਤਾਂ ਦੀ ਸੇਵਾ ਆਪਣੇ ਹਿਰਦੇ ਵਿੱਚ ਧਾਰਨ ਕਰੋ। ਇਹ ਜਿਹੜੀ ਭੋਗਾਂ ਦੀ ਲਾਲਸਾ ਹੈ ਵੀ ਇਹ ਵੀ ਖਾ ਲਓ ਜੀ, ਇਹ ਵੀ ਪੁੰਚ ਲਓ ਜੀ, ਇਹ ਵੀ ਇਕੱਠਾ ਕਰ ਲਓ ਜੀ, ਸਤਿਗੁਰੂ ਕਹਿੰਦੇ ਇਸ ਨੂੰ ਘਟਾਓ, ਇਸ ਨੂੰ ਖਤਮ ਕਰੋ।
ਦੇਖੋ ਜੀਵਨ ਦੀਆਂ ਜ਼ਰੂਰਤਾਂ ਤੋਂ ਸਤਿਗੁਰੂ ਨੇ ਕਦੇ ਨਹੀਂ ਰੋਕਿਆ, ਪਰ ਇਸ ਤੋਂ ਅੱਗੇ ਜਿਹੜੀ ਮਨੁੱਖ ਦੀ ਤ੍ਰਿਸ਼ਨਾ ਹੈ, ਲਾਲਸਾ ਜਿਹੜੀ ਹੈ, ਉਹਦੇ ਲਈ ਸਤਿਗੁਰੂ ਹਮੇਸ਼ਾ ਹੀ ਉਪਦੇਸ਼ ਦਿੰਦੇ ਨੇ ਸਾਨੂੰ। ਹਾਂਜੀ। ਪੂਰਬ ਪੁੰਨ ਬਾਦ ਨਹਿ ਖੋਬੋ, ਪਰਮ ਪਦਮ ਅਧਿਕਾਰੀ ਹੋਵੋ। ਸਤਿਗੁਰੂ ਕਹਿੰਦੇ ਜਿਹੜੇ ਤੁਹਾਡੇ ਪੂਰਬਲੇ ਪੁੰਨ ਨੇ ਉਹ ਕਦੇ ਵਿਅਰਥ ਨਹੀਂ ਜਾਣਗੇ। ਤੁਸੀਂ ਪਰਮ ਪਦਵੀ ਦੇ ਅਧਿਕਾਰੀ ਬਣੋਗੇ ਜੇ ਲਾਲਸਾ ਛੱਡ ਦਿਓਗੇ ਤਾਂ। ਦੇਖੋ ਖਾਣ ਲਈ ਰੋਟੀ ਹਰ ਬੰਦੇ ਨੂੰ ਚਾਹੀਦੀ, ਪਾਉਣ ਲਈ ਕੱਪੜਾ ਹਰ ਬੰਦੇ ਨੂੰ ਚਾਹੀਦਾ, ਸਿਰ ਲਕਾਉਣ ਲਈ ਛੱਤ ਚਾਹੀਦੀ ਹੈ। ਇਹ ਤਿੰਨ ਸ਼ਬਦ ਜਿਹੜੇ ਨੇ ਕੁੱਲੀ, ਗੁੱਲੀ, ਜੁੱਲੀ, ਮਾਰਕਸਵਾਦ ਵੀ ਇਹੀ ਕਹਿੰਦਾ। ਇਸੇ ਕਰਕੇ ਬੜੀ ਸਾਰੀ ਦੁਨੀਆ ਧਰਮ ਨੂੰ ਛੱਡ ਕੇ ਤੁਰ ਪਈ, ਕਿਉਂਕਿ ਧਰਮ ਵਾਲੇ ਤਾਂ ਇਹ ਕਹਿੰਦੇ ਸੀ ਵੀ ਕੱਪੜੇ ਵੀ ਲਾ ਦਿਓ ਜੀ, ਸੁਆਹ ਮਾਰ ਲਓ ਜੀ, ਪਹਾੜਾਂ ਵਿੱਚ ਚਲੇ ਜਾਓ ਜੀ, ਪਾਣੀ ਵਿੱਚ ਖੜੇ ਹੋ ਜਾਓ ਜੀ, ਆਪਣੇ ਆਲੇ ਦੁਆਲੇ ਅੱਗ ਬਾਲ ਕੇ ਬਹਿ ਜਾਓ ਜੀ। ਕਿੰਨੇ ਮੁਲਕ ਕਮਿਊਨਿਸਟਾਂ ਦੇ ਮੁਲਕ ਨੇ, ਸ਼ਾਇਦ ਆਪ ਜੀ ਨੂੰ ਪਤਾ ਹੋਵੇ, ਚਾਈਨਾ ਤੋਂ ਲੈ ਕੇ ਰਸ਼ੀਆ ਤੱਕ ਕਿੰਨੇ ਮੁਲਕ ਐਸੇ ਸੀ ਜਿਹੜੇ ਧਰਮ ਤੋਂ ਹੀ ਮੁਨਕਰ ਹੋ ਗਏ ਸੀ। ਹੌਲੀ ਹੌਲੀ ਧਰਮ ਫਿਰ ਵਾਪਸ ਆਉਣਾ ਸ਼ੁਰੂ ਹੋਇਆ। ਉੱਥੇ ਸਾਨੂੰ ਧਰਮ ਦੀ ਵਿਆਖਿਆ ਵੀ ਠੀਕ ਕਰਨੀ ਪਈ ਹੈ। ਵੇਖੋ ਜਿਹੜੀਆਂ ਬੇਸਿਕ ਲੋੜਾਂ ਨੇ ਬੰਦੇ ਦੀਆਂ, ਇਹ ਤੁਹਾਨੂੰ ਆਪਣੇ ਧਰਮ ਦੇ ਵਿੱਚ ਪ੍ਰਵਾਨ ਕਰਨੀਆਂ ਹੋਣਗੀਆਂ। ਸੱਚੇ ਪਾਤਸ਼ਾਹ ਨੇ ਇਸ ਨੂੰ ਪ੍ਰਵਾਨ ਕੀਤਾ। ਇੱਥੇ ਰੋਟੀ ਦਾ, ਕੱਪੜੇ ਦਾ, ਘਰ ਦਾ ਸਤਿਗੁਰੂ ਜੀ ਨੇ ਕਦੇ ਵੀ ਵਿਰੋਧ ਨਹੀਂ ਕੀਤਾ, ਸਗੋਂ ਆਪ ਲੰਗਰ ਚਲਾਏ ਨੇ, ਆਪ ਹੁਕਮ ਕੀਤਾ ਨੰਗੇ ਨੂੰ ਕੱਪੜੇ ਦਿਓ, ਭੁੱਖੇ ਨੂੰ ਰੋਟੀ ਦਿਓ, ਰਾਹਗੀਰ ਮੁਸਾਫਰ ਆਵੇ ਤਾਂ ਉਹਨੂੰ ਮੰਜਾ ਬਿਸਤਰਾ ਕਮਰਾ ਸਰਾਂ ਦਿਓ। ਭਾਈ ਗੁਰੂ ਘਰਾਂ ਵਿੱਚ ਸਰਾਵਾਂ ਉਹ ਚੇਚੇ ਤੌਰ ਤੇ ਬਣਾਈਆਂ ਜਾਂਦੀਆਂ ਨੇ। ਹਾਂਜੀ। ਸੁਧ ਆਤਮਹਿ ਨਾਮ ਜਪੀਜੈ, ਮਨ ਬੇਕਾਰ ਸਭ ਨਾਸ਼ ਕਰੀਜੈ। ਸ਼ੁੱਧ ਆਤਮੇ ਨਾਮ ਜਪੀਜੈ। ਆਤਮਾ ਸ਼ੁੱਧ ਕਰਕੇ ਜਦੋਂ ਤੁਸੀਂ ਪਰਮੇਸ਼ਰ ਦਾ ਸਿਮਰਨ ਕਰੋਗੇ ਤਾਂ ਮਨ ਵਿਕਾਰ ਸਭ ਨਾਸ਼ ਕਰੀਜੈ। ਇਹ ਜਿਹੜੇ ਮਨ ਵਾਲੇ ਵਿਕਾਰ ਨੇ ਸਾਰੇ ਖਤਮ ਹੋ ਜਾਣਗੇ। ਹਾਂਜੀ। ਸੁਣ ਗੁਰ ਤੇ ਸਿਮਰਨ ਲਗੇ, ਸ਼ੁੱਧ ਆਤਮਹਿ ਨਾਮ। ਸੁਣ ਗੁਰ ਤੇ ਸਿਮਰਨ ਲਗੇ, ਫਿਰ ਲੋਕ ਗੁਰੂ ਜੀ ਤੋਂ ਸੁਣ ਕੇ ਸਿਮਰਨ ਕਰਨ ਵਾਲੇ ਪਾਸੇ ਲੱਗ ਗਏ। ਰੱਬ ਦੀ ਯਾਦ ਵਿੱਚ, ਰੱਬ ਦੀ ਇਬਾਦਤ ਵਿੱਚ ਲੋਕ ਜੁੜਨੇ ਸ਼ੁਰੂ ਹੋ ਗਏ। ਹਾਂਜੀ। ਦਰਸ਼ਨ ਕਰ ਨਿਰਮਲ ਪਾਏ, ਭਿੱਗੇ ਭਗਤ ਅਬਮਾਮ। ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਉਹਨਾਂ ਦੇ ਮਨ ਨਿਰਮਲ ਹੋ ਗਏ। ਪ੍ਰਭੂ ਦੀ ਭਗਤੀ ਵਿੱਚ, ਪ੍ਰਭੂ ਦੇ ਪ੍ਰੇਮ ਵਿੱਚ ਭਿੱਜ ਗਏ। ਜਿਹੜੀ ਰੱਬ ਦੀ ਇਬਾਦਤ ਹੈ, ਜਿਹੜੀ ਰੱਬ ਦੀ ਸਿਫਤ ਸਲਾਹ ਹੈ, ਉਹਦਾ ਸਭ ਤੋਂ ਵੱਡਾ ਉਪਦੇਸ਼ ਹੀ ਇਹ ਹੈ ਕਿ ਅਸੀਂ ਕੀ ਉਸ ਪ੍ਰਭੂ ਪਰਮਾਤਮਾ ਦੇ ਗੁਣ ਪ੍ਰੇਮ ਵਿੱਚ ਗਾ ਸਕਦੇ ਹਾਂ। ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਕਰ ਕਿਰਪਾ ਪ੍ਰਭ ਦੀਨ ਦਿਆਲਾ, ਗੁਣ ਗਾਵੋ ਰੰਗ ਰਾਤਾ। ਪ੍ਰਭੂ ਮੈਂ ਤੇਰੇ ਗੁਣ ਗਾਉਂਦਿਆਂ, ਮੈਂ ਤੇਰੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ, ਮੈਂ ਤੇਰੀ ਸਿਫਤ ਸਲਾਹ ਕਰਾਂ। ਹਾਂਜੀ। ਸੇਵਕ ਭਏ ਬਹੁਤ ਨਰ ਆਏ, ਪਾਹੁਲ ਪਗ ਲੇਵੈ ਸੁਖ ਪਾਏ। ਸੇਵਕ ਭਏ ਬਹੁਤ ਨਰ ਆਏ, ਪਾਹੁਲ ਪਗ ਲੇਵੈ ਸੁਖ ਪਾਏ। ਸੇਵਕ ਭਏ ਬਹੁਤ ਨਰ ਆਏ, ਪਾਹੁਲ ਪਗ ਲੇਵੈ ਸੁਖ ਪਾਏ। ਸੇਵਕ ਭੈ ਬਹੁਤ ਨਰ ਆਏ, ਪਾਹੁਲ ਪਗ ਲੇਵੈ ਸੁਖ ਪਾਏ। ਬੜੇ ਸਾਰੇ ਲੋਕ ਫਿਰ ਸੇਵਕ ਬਣੇ, ਗੁਰੂ ਜੀ ਦੇ ਕੋਲੋਂ ਉਹਨਾਂ ਨੇ ਚਰਨ ਪਹੁਲ ਪ੍ਰਾਪਤ ਕੀਤੀ। ਹਾਂਜੀ। ਨਾਮ ਜਪਾਏ ਭਗਤ ਪ੍ਰਗਟਾਈ, ਚਲੇ ਤਹਾਂ ਤੇ ਲੀਨ ਬਿਦਾਈ। ਨਾਮ ਜਪਾਏ ਭਗਤ ਪ੍ਰਗਟਾਈ, ਚਲੇ ਤਹਾਂ ਤੇ ਲੀਨ ਬਦਾਈ। ਇੱਥੇ ਸਤਿਗੁਰੂ ਜੀ ਨੇ ਉਹਨਾਂ ਨੂੰ ਨਾਮ ਦਾਨ ਇਸ਼ਨਾਨ ਦ੍ਰਿੜ ਕਰਾਇਆ। ਇੱਥੋਂ ਫਿਰ ਸਤਿਗੁਰੂ ਜੀ ਹੋਰ ਅੱਗੇ ਅਗਲਾ ਜਿਹੜਾ ਦੀਪ ਹੈ,
ਅਗਲੇ ਜਖੀਰੇ ਵਾਸਤੇ ਸਤਿਗੁਰੂ ਜੀ ਪ੍ਰਸਥਾਨ ਕਰਦੇ ਨੇ। ਹਾਂਜੀ, ਅਸ਼ਟ ਲੱਛ ਜੋਜਨ ਪਰਮਾਨਾ, ਉਲੰਘ ਗਏ ਸਭ ਮਇਆ ਨਿਦਾਨਾ। ਇਉਂ ਸਤਿਗੁਰੂ ਜੀ ਨੇ ਕਈ ਯੋਜਨ ਇਸ ਸਮੁੰਦਰ ਨੂੰ ਪਾਰ ਕੀਤਾ। ਕੌਣ ਨੇ ਸਤਿਗੁਰੂ? ਜਿਹੜੇ ਮਾਇਆ ਦੇ ਨਿਧਾਨ ਨੇ, ਮਾਇਆ ਕਿਰਪਾ ਦੇ ਖਜ਼ਾਨੇ ਨੇ ਜਿਹੜੇ ਸਤਿਗੁਰੂ, ਜਿਹੜੇ ਮਿਹਰ ਦੇ ਦਾਤੇ ਨੇ ਸਤਿਗੁਰੂ। ਹਾਂਜੀ, ਆਵਾ ਸਾਗਰ ਕ੍ਰਿਤ ਅਗਾਰੇ, ਦੀਪ ਸਮਾਨ ਤਾਹੇ ਬਿਸਤਾਰੇ। ਅੱਗੇ ਜਿਹੜਾ ਸਮੁੰਦਰ ਆਇਆ, ਕਹਿੰਦੇ ਉਹ ਸਮੁੰਦਰ ਐਵੇਂ ਸੀ ਘਿਓ ਦਾ ਸਮੁੰਦਰ ਹੋਵੇ ਜਿਵੇਂ। ਇੱਕ ਸਮੁੰਦਰ ਸੀ ਜਿਹੜਾ ਇਉਂ ਲੱਗਦਾ ਸੀ ਵੀ ਇਹ ਸ਼ਰਾਬ ਦਾ ਸਮੁੰਦਰ ਹੈ। ਇੱਕ ਸਮੁੰਦਰ ਐਵੇਂ ਸੀ ਜਿਵੇਂ ਗੰਨੇ ਦੇ ਰਸ ਦਾ ਸਮੁੰਦਰ ਹੋਵੇ। ਇੱਕ ਸਮੁੰਦਰ ਜਿਹੜਾ ਸੀ ਉਹ ਐਵੇਂ ਸੀ ਜਿਵੇਂ ਪਾਣੀ ਦਾ ਸਮੁੰਦਰ ਹੋਵੇ। ਇਹ ਜਿਹੜਾ ਹੁਣ ਚੌਥਾ ਸਮੁੰਦਰ ਆਇਆ ਹੈ, ਇਹ ਐਵੇਂ ਹੈ ਜਿਵੇਂ ਘਿਓ ਦਾ ਸਮੁੰਦਰ ਹੁੰਦਾ ਹੈ। ਆਵਾ ਸਾਗਰ ਕ੍ਰਿਤ ਅਗਾਰੇ, ਦੀਪ ਸਮਾਨ ਤਾਹੇ ਬਿਸਥਾਰੇ। ਹਾਂਜੀ, ਤੇਹ ਪਰ ਗਮਣੇ ਦੀਨ ਦਇਆਲਾ, ਸਗਰ ਉਲੰਘ ਗਏ ਤਤਕਾਲਾ। ਪਰ ਇਹ ਘਿਓ ਦਾ ਸਮੁੰਦਰ ਕੋਈ ਛੋਟਾ ਜਿਹਾ ਨਹੀਂ ਸੀ। ਐਵੇਂ ਹੀ ਸੀ ਜਿਵੇਂ ਪਤਾ ਲੱਗੇ ਤੇ ਵੇਖਿਆ ਜਾਏ ਸ਼ਾਇਦ ਪੂਰਾ ਸਮੁੰਦਰ ਹੀ ਇਦਾਂ ਦਾ ਹੋਏਗਾ। ਤਾਂ ਹੀ ਆਪਾਂ ਕਹਿੰਦੇ ਨਾ ਵੀ 7 ਸਮੁੰਦਰ ਨੇ। ਕੋਈ ਸਮੁੰਦਰ ਘਿਓ ਵਰਗਾ ਹੈ, ਕੋਈ ਸਮੁੰਦਰ ਗੰਨੇ ਦੇ ਰਸ ਵਰਗਾ ਹੈ, ਕੋਈ ਸਮੁੰਦਰ ਸ਼ਰਾਬ ਵਰਗਾ ਹੈ, ਕੋਈ ਸਮੁੰਦਰ ਪਾਣੀ ਵਰਗਾ ਹੈ। ਹਾਂਜੀ, ਜਾਵਤ ਨਗਰ ਬਲੋਕਤ ਏਕੂ, ਤੇਹ ਮਹਿ ਬੈਠਿਓ ਜਲਦ ਬਬੇਕੂ। ਅੱਗੇ ਜਦੋਂ ਇੱਕ ਨਗਰੀ ਆਉਂਦੀ ਹੈ ਤਾਂ ਸਤਿਗੁਰੂ ਜਿਹੜੇ ਗਿਆਨ ਦੇ ਸਮੁੰਦਰ ਨੇ ਉਸ ਨਗਰੀ ਵਿੱਚ ਪ੍ਰਵੇਸ਼ ਕਰਦੇ ਨੇ। ਉਸ ਨਗਰੀ ਵਿੱਚ ਜਾ ਕੇ ਸਤਿਗੁਰੂ ਜੀ ਆਪਣਾ ਆਸਣ ਲਾਉਂਦੇ ਨੇ। ਹਾਂਜੀ, ਕਰੌਂਚ ਨਾਮ ਤੇਹ ਦੀਪਕੋ, ਨਰ ਸੁੰਦਰ ਸਮਦਾਏ। ਇਸ ਟਾਪੂ ਦਾ, ਇਸ ਦੀਪ ਦਾ ਨਾਂ ਕਰੌਂਚ ਹੈ। ਇੱਥੋਂ ਦੇ ਲੋਕ ਬੜੇ ਸੁੰਦਰ ਨੇ। ਉਹਨਾਂ ਦੇ ਨੈਣ ਨਕਸ਼, ਉਹਨਾਂ ਦੇ ਮੂੰਹ ਮੁਹਾਂਦਰੇ, ਉਹਨਾਂ ਦੇ ਸਰੀਰਾਂ ਦੀ ਜਿਹੜੀ ਬਨਾਵਟ ਉਹ ਬੜੀ ਸੁੰਦਰ ਹੈ। ਸੁਖ ਬਿਲਾਸ ਭੋਗਹਿ ਕਣੋ, ਰਹੇ ਬਿਸੇ ਲਪਟਾਏ। ਪਰ ਇਹ ਲੋਕ ਵਿਸ਼ੇ ਵਕਾਰਾਂ ਦੇ ਵਿੱਚ ਲਿਪਟੇ ਰਹਿੰਦੇ ਨੇ। ਇਹ ਲੋਕ ਸੁੱਖਾਂ ਦੇ ਭੋਗਾਂ ਦੇ ਵਿੱਚ ਮਸਤ ਗਲਤਾਨ ਰਹਿੰਦੇ ਨੇ। ਹਾਂਜੀ, ਸ਼੍ਰੀ ਗੁਰ ਕੋ ਜਬ ਹੀ ਨਰ ਦੇਖਾ, ਢਿਗ ਆਏ ਧਰ ਭਾਉ ਵਸੇਖਾ। ਇਹਨਾਂ ਨੇ ਵੀ ਬਾਕੀ ਦੀਪ, ਜਿਹੜੇ ਬਾਕੀ ਟਾਪੂ ਸੀ, ਉਹਨਾਂ ਦੇ ਲੋਕਾਂ ਵਾਂਗ ਜਦੋਂ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਜੀ ਦੇ ਚਰਨਾਂ ਤੇ ਆ ਕੇ ਮੱਥਾ ਵੀ ਟੇਕਿਆ। ਗੁਰੂ ਜੀ ਦੇ ਆਉਣ ਦਾ ਇਹਨਾਂ ਨੇ ਸਵਾਗਤ ਵੀ ਕੀਤਾ, ਸਤਿਕਾਰ ਵੀ ਕੀਤਾ। ਇੱਕ ਵਿਸ਼ੇਸ਼ ਕਵੀ ਜੀ ਨੇ ਜ਼ਿਕਰ ਕੀਤਾ ਹਰ ਥਾਂ ਤੇ ਕਿ ਇਹਨਾਂ ਦੀਪਾਂ ਦੇ ਲੋਕ ਜਿਹੜੇ ਨੇ, ਇਹਨਾਂ ਟਾਪੂਆਂ ਜਖੀਰਿਆਂ ਦੇ ਲੋਕ ਜਿਹੜੇ ਨੇ, ਉਹ ਅਦਬ ਵਾਲੇ ਸਨ, ਸਨਮਾਨ ਵਾਲੇ ਸਨ। ਸੁਖ ਭੋਗ ਤੇ ਉਹਨਾਂ ਕੋਲ ਬੜੇ ਨੇ, ਐਸ਼ਵਰਜ ਵਿੱਚ ਵੀ ਪ੍ਰਵਿਰਤ ਨੇ। ਪਰ ਇਹਨਾਂ ਨੇ ਆ ਕੇ ਗੁਰੂ ਜੀ ਦੇ ਦਰਸ਼ਨ ਵੀ ਕੀਤੇ, ਮੱਥਾ ਵੀ ਟੇਕਿਆ। ਬੰਧਨ ਕਰਹੀ ਬੈਨ ਸਮੀਪਾ, ਸੁਣ ਕੈ ਸੁਧ ਆਇਓ ਅਵਨੀਪਾ। ਇਹ ਲੋਕ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਦੇ ਨੇ, ਭੇਟਾ ਰੱਖਦੇ ਨੇ। ਇਹ ਖਬਰ ਉਥੋਂ ਦੇ ਰਾਜੇ ਨੂੰ ਵੀ ਪਤਾ ਲੱਗੀ। ਇਸ ਦੀਪ ਦੇ, ਦੀਪ ਦਾ ਨਾਂ ਹੈ ਕਰੌਂਚ। ਉਥੋਂ ਦਾ ਜਿਹੜਾ ਰਾਜਾ ਸੀ ਉਹ ਵੀ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਧਰ ਕੈ ਸ਼ਰਧਾ ਦਰਸ਼ਨ ਕਰਹੀ, ਆਤ ਮਹਿਮਾ ਕੇ ਬਚਨ ਉਚਰਹੀ। ਬੜੀ ਸ਼ਰਧਾ ਨਾਲ ਉਹਨੇ ਆ ਕੇ ਮੱਥਾ ਟੇਕਿਆ। ਗੁਰੂ ਜੀ ਦੇ ਅਦਬ ਸਨਮਾਨ ਵਿੱਚ ਬੜੇ ਸਾਰੇ ਉਹਨੇ ਚੰਗੇ ਸ਼ਬਦ ਬੋਲੇ, ਬੜੇ ਸਲੀਕੇ ਨਾਲ, ਬੜੇ ਅਦਬ ਨਾਲ ਗੁਰੂ ਜੀ ਦੀ ਆ ਕੇ ਉਹਨੇ ਮਹਿਮਾ ਗਾਈ ਹੈ। ਹਾਂਜੀ, ਦੇਨੇ ਹੇਤ ਸੁਮਤ ਤਿਨ ਤਾਈ, ਮ੍ਰਿਦਲ ਬਚਨ ਬੋਲੇ ਜਗ ਸਾਈ। ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦੇਣ ਵਾਸਤੇ
ਫਿਰ ਆਪਣੀ ਬਾਣੀ ਉਚਾਰੀ ਹੈ। ਆਪਣੇ ਮੁਖ ਤੋਂ ਸਤਿਗੁਰੂ ਜੀ ਨੇ ਇਹ ਬਚਨ ਉਚਾਰੇ ਨੇ। ਹਾਂਜੀ, ਬੜੀ ਕਾਲ ਭਗਵਾਨ ਅਪਾਰਾ, ਭਖਤ ਹੈ ਸਗਰੋ ਸੰਸਾਰਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਸੁਣੋ, ਕੀ ਤੁਹਾਨੂੰ ਪਤਾ ਹੈ ਜਿਹੜੀ ਮੌਤ ਹੈ ਇਹ ਸਭ ਤੋਂ ਵੱਡੀ ਹੈ, ਪਰ ਰੱਬ ਜਿਹੜਾ ਹੈ ਉਹ ਮੌਤ ਤੋਂ ਵੀ ਵੱਡਾ ਹੈ। ਮੌਤ ਏਡੀ ਬਲਵਾਨ ਹੈ ਕਿ ਇਹਨੇ ਕਦੇ ਕਿਸੇ ਨੂੰ ਬਖਸ਼ਿਆ ਨਹੀਂ ਹੈ। ਅਸੀਂ ਜਦੋਂ ਚੌਪਈ ਸਾਹਿਬ ਦਾ ਅੱਜ ਪਾਠ ਕਰਦੇ ਹਾਂ ਤੇ ਉਹਦੀਆਂ ਇਹ ਜਿਹੜੀਆਂ ਪੰਕਤੀਆਂ ਨੇ ਕਿ ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਹੈ ਤੇ ਸਮੇਂ ਦੀ ਖੇਡ ਹੈ, ਕਾਲ ਹੈ, ਜਦੋਂ ਸਮਾਂ ਪੂਰਾ ਹੁੰਦਾ ਲੈ ਜਾਂਦਾ ਹੈ। ਸਤਿਗੁਰੂ ਜੀ ਨੇ ਉਪਦੇਸ਼ ਦਿੱਤਾ, ਬਲੀ ਕਾਲ ਭਗਵਾਨ ਅਪਾਰਾ। ਇਸ ਮੌਤ ਦਾ ਵੀ ਜਿਹੜਾ ਰੱਬ ਹੈ ਉਹ ਸਭ ਤੋਂ ਵੱਡਾ ਹੈ। ਮੌਤ ਵੱਡੀ ਹੈ, ਮੌਤ ਤੋਂ ਵੱਡਾ ਰੱਬ ਹੈ। ਭਖਤ ਹੈ ਸਗਰੋ ਸੰਸਾਰ। ਰੱਬ ਦੇ ਬਣਾਏ ਕਾਲ ਨੇ ਸਾਰੀ ਦੁਨੀਆ ਨੂੰ ਖਾ ਲਿਆ, ਖਤਮ ਕਰ ਦਿੱਤਾ ਹੈ। ਹਾਂਜੀ, ਸੁਰ ਬ੍ਰਹਮਾਦ ਕਤੇ ਹੈ ਜੇਤੇ, ਪੰਨਗ ਮਾਨਵ ਦਾਨਵ ਕੀਤੇ। ਵੱਡੇ ਵੱਡੇ ਦੇਵਤੇ, ਬ੍ਰਹਮਾ ਵਰਗੇ, ਸੱਪ, ਦੈਂਤ, ਸਭ ਨੂੰ ਖਤਮ ਕੀਤਾ। ਇਸ ਮੌਤ ਤੋਂ ਕੋਈ ਨਹੀਂ ਬਚਿਆ। ਹਾਂਜੀ, ਅਪਰ ਸਮਰਾਥ ਸਰਬ ਬੇਦ ਜੋ, ਤਿਹ ਕੇ ਆਗੈ ਛੁਟੈ ਨ ਕੋ। ਜਿਹੜੇ ਆਪਣੇ ਆਪ ਨੂੰ ਸਮਰੱਥ ਕਹਿੰਦੇ ਨੇ, ਸਰਬੱਗ ਕਹਿੰਦੇ ਨੇ, ਸਾਰੀਆਂ ਸ਼ਕਤੀਆਂ ਦੇ ਮਾਲਕ ਕਹਿੰਦੇ ਨੇ, ਉਹ ਵੀ ਮੌਤ ਦੇ ਅੱਗੇ ਛੁੱਟਦੇ ਨਹੀਂ ਹੈ। ਜਦੋਂ ਸਮਾਂ ਆਉਂਦਾ ਹੈ ਤੇ ਇਹ ਕਾਲ ਉਹਨਾਂ ਸਭ ਨੂੰ ਗਰਸ ਲੈਂਦਾ, ਸਭ ਨੂੰ ਖਾ ਲੈਂਦਾ। ਹਾਂਜੀ, ਜਿਉ ਦਾਨੇ ਕੋ ਚਾਬਤ ਚਾਕੀ, ਤਿਉ ਨ ਬਚੈ ਕੋ ਅਗਾਰੀ ਵਾਕੀ। ਸਤਿਗੁਰੂ ਕਹਿੰਦੇ, ਭਾਈ ਕਦੇ ਚੱਕੀ ਚੱਲਦੀ ਵੇਖੀ ਤੁਸੀਂ, ਜਿਹੜੀ ਆਟਾ ਪੀਸਦੀ ਹੈ, ਦਾਣੇ ਪੀਸਦੀ ਹੈ? ਚੱਕੀ ਦੇ ਵਿੱਚ ਦੋ ਪੁੜਾਂ ਦੇ ਵਿੱਚ ਜਿਹੜੇ ਦਾਣੇ ਆ ਜਾਂਦੇ ਨੇ ਉਹ ਕਦੇ ਬਚਦੇ ਨਹੀਂ, ਉਹ ਕਦੇ ਵੀ ਉਹਨਾਂ ਦਾ ਬਚਾਓ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿਹੜੇ ਕਾਲ ਦੇ ਅਧੀਨ ਆ ਗਏ ਉਹ ਜੀਵ ਕਦੇ ਬਚ ਨਹੀਂ ਸਕਦੇ। ਹਾਂਜੀ, ਭੈ ਕਰ ਸ਼ਰਨ ਗਹੋ ਤੁਮ ਤਾਂ ਕੀ, ਸਮਤਾ ਕਰ ਨ ਸਕੈ ਕੋ ਜਾਂ ਕੀ। ਤੁਸੀਂ ਰੱਬ ਦੀ ਸ਼ਰਨ ਵਿੱਚ ਚਲੇ ਜਾਓ, ਫਿਰ ਬਚ ਜਾਓਗੇ, ਫਿਰ ਤੁਹਾਨੂੰ ਕੋਈ ਡਰ ਨਹੀਂ ਰਹੇਗਾ। ਹੁਣ ਚੱਕੀ ਦੀ ਉਦਾਹਰਨ ਕਿਉਂ ਦਿੱਤੀ ਕਿ ਚੱਕੀ ਵਿੱਚ ਅਸੀਂ ਆਟਾ ਪਿਸਾਉਣ ਜਾਂਦੇ ਆ ਤੇ ਸਾਰੇ ਦਾਣਿਆਂ ਦਾ ਆਟਾ ਪਿਸ ਜਾਂਦਾ ਹੈ। ਹਾਂਜੀ, ਜਿਉ ਕੀਲੀ ਟਿਗ ਰਹੇ ਜੋ ਦਾਨੋ, ਉਬਰੈ ਸੋ ਉਰ ਲਿਹੋ ਪਛਾਨੋ। ਸਤਿਗੁਰੂ ਕਹਿਣ ਲੱਗੇ, ਪਰ ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਜਿਹੜੀ ਚੱਕੀ ਆਟਾ ਪੀਸਦੀ ਹੈ ਉਹਦੇ ਵਿੱਚ ਵੀ ਕੁਝ ਦਾਣੇ ਬਚ ਜਾਂਦੇ ਨੇ। ਇਹ ਨਹੀਂ ਕਿ ਤੁਸੀਂ ਮਣ ਦਾਣੇ ਪਿਸਾਉਣ ਜਾਓਗੇ ਤੇ ਮਣ ਬਚ ਜਾਣਗੇ। 2 4 5 7 10 ਦਾਣੇ, 20 ਦਾਣੇ ਫਿਰ ਵੀ ਬਚ ਜਾਣਗੇ। ਕਿਵੇਂ? ਜਿਹੜੀ ਉਹਨਾਂ ਦੋ ਪੁੜਾਂ ਨੂੰ ਕਿੱਲੀ ਘਮਾਉਂਦੀ ਹੈ, ਜਿਹੜੇ ਦਾਣੇ ਉਸ ਕਿੱਲੀ ਦੇ ਨਾਲ ਲੱਗੇ ਰਹਿੰਦੇ ਨੇ ਉਹ ਬਚ ਜਾਂਦੇ ਨੇ, ਜਿਹੜੇ ਦਾਣੇ ਪੁੜਾਂ ਥੱਲੇ ਚਲੇ ਜਾਂਦੇ ਨੇ ਉਹ ਪਿਸ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਇਸ ਵਕਤ ਸਮਾਂ ਸਮਾਪਤ ਹੈ। ਮੇਰੀ ਫਿਰ ਸਾਰਿਆਂ ਨੂੰ ਬੇਨਤੀ ਹੈ ਕਿ ਭਾਈ ਮਾਸਕ ਪਾ ਕੇ ਰੱਖੋ। ਅਸੀਂ ਬੜੇ ਆਪਣੇ ਗਵਾਏ ਨੇ, ਔਰ ਉਹ ਵੀ ਗਵਾਚੇ ਇਸੇ ਸ਼ਕਤੀ ਵਿੱਚ ਹੀ ਨੇ ਵੀ ਸਾਨੂੰ ਕੀ ਹੋਣ ਲੱਗਾ ਹੈ। ਸਿਰਫ ਇੱਕ ਛੋਟੀ ਜੀ ਗੱਲ ਕਿ ਘਰੋਂ ਨਿਕਲੋ ਤੇ ਮਾਸਕ ਪਾ ਲਓ। ਜੇ ਆਪਾਂ ਕਹੀਏ ਨੇ ਵੀ ਕਰੋਨੇ ਨਾਲ ਮਰਦੇ ਤੇ ਡਾਕਟਰ ਮਰ ਜਾਂਦੇ ਜਿਹੜੇ ਇਲਾਜ ਕਰਦੇ ਸੀ, ਉਹ ਨਹੀਂ ਮਰਦੇ, ਕਿਉਂਕਿ ਉਹ ਆਪਣੇ ਆਪ ਦੀ ਸੇਫਟੀ ਕਰਦੇ ਨੇ। ਆਪਾਂ ਵੀ ਕਰ ਲਾਂਗੇ, ਆਪਾਂ ਵੀ ਬਚ ਜਾਾਂਗੇ ਭਾਈ। ਬਾਕੀ ਪਾਠ ਵੀ ਕਰੋ, ਅਰਦਾਸ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।